ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਹੋਰ ਜੀ, ਸਭ ਠੀਕ ਠਾਕ ਹੋ? ਸਭ ਠੀਕ ਠਾਕ ਜੀ। ਸੁਣਾਓ, ਕੀ ਹਾਲ ਚਾਲ ਨੇ ਸਾਰਿਆਂ ਦੇ? ਹੈਲੋ। ਰਵੀ ਜੀ, ਸਤਿ ਸ਼੍ਰੀ ਅਕਾਲ। ਆਵਾਜ਼ ਠੀਕ ਆ ਰਹੀ ਜੀ? आवाज़ ठीक आ रही जी रवि जी? ठीक लग रही है जी, ठीक लग रही है। और सब ठीक है जी? आओ जी सारे जने। संगत थोड़ियां देख रही हैं जी। आवाज घट हो लगा जी। हाँ गीता, सत श्री अकाल। ठीक है जी। कह रहे हैं रवि जी, दिख रहा है तुसी भी। और सुनाओ, सारे ठीक ठाक जी? रंजीत जी, सत श्री अकाल जी। सत श्री अकाल रंजीत जी। संगत तो घट ही आ रही है जी, 4 होए सिर्फ अजे।
ਓਕੇ, ਵੈਰੀ ਬੀਜੀ। ਵੈਰੀ ਬੀਜੀ ਕਹੇ ਜੀ। ਆਓ ਜੀ, ਆਓ ਫਟਾਫਟ ਸਾਰੇ ਨੇ ਗੱਲਬਾਤ ਤਾਂ ਕਰੀਏ ਜੀ। ਭਾਈ ਕੀ ਟੌਪਿਕ ਲੈ ਕੇ ਚੱਲੀਏ ਰਣਜੀਤ ਜੀ? ਹਾਂ, ਕਿਡਸ ਹੌਲੀਡੇ ਆ ਜੀ, ਬਿਲਕੁਲ ਬਿਲਕੁਲ। ਹੁਣ 2 ਮਹੀਨੇ ਹੀ ਜੀ ਛੁੱਟੀਆਂ ਹੀ ਰਹਿਣੀਆਂ। ਤੇ ਕੋਈ ਜਾ ਰਿਹਾ ਜੀ ਇੰਡੀਆ ਚੋਂ ਆਪਣੇ ਗਰੁੱਪ ਚੋਂ? ਕੌਣ ਕੌਣ ਜਾ ਰਿਹਾ ਜੀ? ਰਿਸ਼ਪਾਲ ਸਿੰਘ ਜੀ, ਵਾਹ ਵਾਹ, ਕੀ ਬਾਤ ਹੈ। ਸਾਰਿਆਂ ਨੂੰ ਮੱਥਾ ਟੇਕਦੇ ਨੇ ਤੁਸੀਂ। ਕੀ ਗੱਲ ਹੋ ਗਈ ਮਹਾਰਾਜ? ਹੂੰ। ਖੁਸ਼ ਰਿਹਾ ਕਰੋ ਮਹਾਰਾਜ, ਖੁਸ਼। ਹੂੰ। ਹੋਰ ਕੀ ਨਵੀਆਂ ਤਾਜ਼ੀਆਂ ਭਾਜੀ? ਹੈਲੋ। ਆਵਾਜ਼ ਆ ਜੀ ਕਿ ਨਹੀਂ? ਕੀ ਬਾਤ ਹੈ। ਹਾਂਜੀ ਦੱਸੋ, ਅੱਜ ਕਿਸ ਟੌਪਿਕ ਦੀ ਗੱਲ ਕਰੀਏ ਜੀ? ਹੈਲੋ। ਰੁਕ ਰੁਕ ਰਹੀ ਹੈ ਜੀ? ਇਹ ਕਿਉਂ ਪ੍ਰੋਬਲਮ ਹੁੰਦੀ ਹੈ ਜੀ? ਹਾਂਜੀ, ਚਾਹ ਪਾਣੀ ਪੀਂਦੀ, ਸਭ ਚਾਹ ਪੀਂਦੇ ਰਹੀ, ਸਹੀ ਗੱਲ ਆ। ਸਾਰੇ ਚਾਹ ਪੀ ਜੀ। ਹੂੰ। ਇਹ ਪਤਾ ਨਹੀਂ ਭਾਜੀ ਕੀ। ਹਾਂ ਅਨੀਤਾ, ਮੈਂ ਨਾ ਇਸ ਟੌਪਿਕ ਤੇ ਬੜੀ ਵਾਰੀ ਗੱਲ ਕੀਤੀ ਆ। ਤੇ ਆਪਾਂ ਪਿਛਲੇ ਹਫਤੇ ਵੀ ਮੈਂ ਇਸ ਸੰਬੰਧ ਦੇ ਵਿੱਚ ਕੁਝ ਬੋਲਿਆ ਸੀ, ਜਿਹੜੀਆਂ ਕੁੜੀਆਂ ਦਾ ਮਸਲਾ ਆ। ਤੇ ਪਰ ਉਹ ਆਪਾਂ ਇੱਥੇ ਹੁਣ ਨਹੀਂ ਕਰਨੀ, ਆਪਾਂ ਮੈਂ ਪ੍ਰਾਈਵੇਟ ਇਸ ਸੰਬੰਧ 'ਚ ਗੱਲ ਕਰਨੀ ਚਾਹੁੰਦਾ ਤੁਹਾਡੇ ਨਾਲ ਦੁਬਾਰਾ। ਤੇ ਬਾਕੀ ਇਹ ਮੈਨੂੰ ਸਾਰੀਆਂ ਗੱਲਾਂ ਦਾ ਪਤਾ। ਮੈਨੂੰ ਹੋਰ ਇੱਕ ਪਤਾ ਲੱਗਾ ਅੱਜ, ਕੱਲ ਇੱਕ ਮੇਰੇ ਕੋਲ ਹੋਰ ਕੇਸ ਆਇਆ। ਤੇ
ਤੇ ਤੁਸੀਂ ਦੇਖਿਆ ਵੀ ਹੋਣਾ ਜਿਹੜੇ ਨਾ ਇੰਡੀਆ ਦੇ ਵਿੱਚ ਇੱਕ ਮਿਸ ਗੁਲਾਟੀ ਆ ਮੈਡਮ, ਇੱਕ ਮਿਸਿਸ ਆ ਉਹ ਸ਼ਾਇਦ ਗੁਲਾਟੀ ਆ, ਉਹਨਾਂ ਨੂੰ ਮੈਂ ਇਸ ਸੰਬੰਧ ਦੇ ਵਿੱਚ ਇੱਕ ਚਿੱਠੀ ਵੀ ਲਿਖੀ ਆ ਤੇ ਫੇਸਬੁੱਕ ਤੇ ਵੀ ਮੈਂ ਉਹਨਾਂ ਨੂੰ ਲਿਖਿਆ। ਤੇ ਤੁਸੀਂ ਸ਼ਾਇਦ ਉਹਨਾਂ ਦੇ ਪਿਛਲੇ ਦਿਨੀ ਪ੍ਰੋਗਰਾਮ ਦੇਖੇ ਹੋਣਗੇ। ਤੇ ਮੈਂ ਉਹਨਾਂ ਨੂੰ ਜਿਹੜਾ ਆਪਣਾ ਤੇ ਉਹ ਇਸ ਸੰਬੰਧ ਦੇ ਵਿੱਚ ਆਪਾਂ, ਹਾਂ ਮਨੀਸ਼ਾ ਗੁਲਾਟੀ, ਬਿਲਕੁਲ ਮਨੀਸ਼ਾ ਗੁਲਾਟੀ, ਤੁਸੀਂ ਉਹਨਾਂ ਦੇ ਪ੍ਰੋਗਰਾਮ ਦੇਖੇ ਹੋਣੇ ਆ, ਕਾਫੀ ਜ਼ਿਆਦਾਤਰ ਫੇਸਬੁੱਕ ਤੇ ਹੁੰਦੇ ਆ। ਤੇ ਉਹ ਤੁਸੀਂ ਇੱਕ ਵਾਰੀ ਧਿਆਨ ਨਾਲ ਦੇਖਿਓ। ਮੈਂ ਉਹਨਾਂ ਨੂੰ ਕਾਫੀ ਇਸ ਸੰਬੰਧ ਦੇ ਵਿੱਚ ਤੇ ਮੈਂ ਉਹਨਾਂ ਨੂੰ ਸਾਰੀ ਗੱਲਬਾਤ ਦਿੱਤੀ ਆ ਤੇ ਮੈਂ ਉਹਨਾਂ ਨੂੰ ਆਪਣਾ ਨੰਬਰ ਵੀ ਦਿੱਤਾ, ਅਗਰ ਤੁਹਾਨੂੰ ਕਿਸੇ ਕਰਨ ਦੀ ਲੋੜ ਆ। ਹਾਂ ਬਿਲਕੁਲ ਬਿਲਕੁਲ, ਵੂਮਨ ਕਮਿਸ਼ਨ ਦੀ ਚੇਅਰਪਰਸਨ ਆ ਉਹ, ਤੇ ਉਹ ਮੇਰੇ ਨਾਲ ਕੰਟੈਕਟ ਕਰ ਸਕਦੇ ਆ। ਤੇ ਮੈਂ ਉਹਨਾਂ ਨੂੰ ਇਸ ਸੰਬੰਧ ਦੇ ਵਿੱਚ ਜੋ ਵੀ ਬੈਲਜੀਅਮ ਦੀ ਸਿਚੁਏਸ਼ਨ ਆ ਉਸ ਸੰਬੰਧ ਦੇ ਵਿੱਚ ਉਹਨਾਂ ਨਾਲ ਮੈਂ ਗੱਲ ਕਰਨੀ ਚਾਹੁੰਦਾ। ਤੇ ਉਮੀਦ ਆ ਵੀ ਉਹ ਮੈਨੂੰ ਇੱਕ ਦੋ ਚੌਂ ਦਿਨਾਂ ਦੇ ਵਿੱਚ ਹੋ ਸਕਦਾ ਕੱਲ ਜਾਂ ਪਰਸੋਂ ਮੈਨੂੰ ਫੋਨ ਕਰਨ। ਤੇ ਉਹਦਾ ਮਤਲਬ ਮੇਰਾ ਸਿਰਫ ਇਹੀ ਉਹਨਾਂ ਨਾਲ ਗੱਲਬਾਤ ਕਰਨ ਦਾ, ਕਿਉਂਕਿ ਜਿਹੜੇ ਇੱਥੇ ਕੇਸ ਪ੍ਰੋਬਲਮ ਦੇ ਵਿੱਚ ਆ ਨਾ, ਚਾਹੇ ਉਹ ਕੁੜੀ ਵਾਲੇ ਪਾਸੇ ਆ ਚਾਹੇ ਮੁੰਡੇ ਵਾਲੇ ਪਾਸੇ ਆ, ਉਹਨਾਂ ਸਾਰਿਆਂ ਦੇ ਪਿੱਛੇ ਰਿਸ਼ਤੇਦਾਰ ਹੈਗੇ ਆ। ਤੇ ਜੇ ਉਹ ਸੋਚਣ ਵੀ ਅਸੀਂ ਇੱਥੇ ਰਹਿ ਕੇ ਜੋ ਮਰਜ਼ੀ ਕੁੜੀ ਨੂੰ ਤੰਗ ਕਰ ਲਈਏ ਜਾਂ ਮੁੰਡੇ ਨੂੰ ਤੰਗ ਕਰ ਲਈਏ, ਤੇ ਉਹਨਾਂ ਰਿਸ਼ਤੇਦਾਰਾਂ ਨੂੰ ਉੱਥੇ ਉਚਾਈ ਕਰ ਸਕਦੇ ਆ ਤੇ ਆਪਣੇ ਆਪ ਉਹਦੇ ਤੇ ਆ ਜਾ ਉਹ ਜਿਹੜਾ ਆਪਾਂ ਮਦਦ ਆਪ ਕਰ ਸਕਦੇ ਆ। ਤੇ ਜਿੱਦਣ ਮੇਰਾ ਉਹਨਾਂ ਦੇ ਨਾਲ ਕੰਟੈਕਟ ਹੋਇਆ ਤਾਂ ਜਿੰਨੇ ਵੀ ਇੱਥੇ ਕੇਸ ਆ ਨਾ, ਮੈਂ ਸਾਰਿਆਂ ਨੂੰ ਅੱਜ ਖੁੱਲ੍ਹਾ ਸੱਦਾ ਦਿੰਦਾ ਵੀ ਜੇ ਕੋਈ ਤੁਹਾਡੇ ਕੋਲ ਹੋਰ ਵੀ ਕਿਸੇ ਕਿਸਮ ਦਾ ਇਦਾਂ ਦਾ ਕੇਸ ਹੈਗਾ ਤੇ ਉਹ ਸਾਨੂੰ ਕੇਸ ਜਿਹੜਾ ਉਹ ਦੱਸ ਦਿਓ, ਤੇ ਅਸੀਂ ਕੋਸ਼ਿਸ਼ ਕਰਾਂਗੇ ਜਿਹੜੇ ਮੈਡਮ ਗੁਲਾਟੀ ਆ ਮਨੀਸ਼ਾ ਜੀ ਉਹਨਾਂ ਦੇ ਕੋਲ ਪਹੁੰਚਾਈਏ। ਤਾਂ ਜੋ ਜਿਹੜਾ ਵੀ ਕਿਸੇ ਲੜਕੀ ਦੇ ਨਾਲ ਧੱਕਾ ਹੋ ਰਿਹਾ ਉਹਨੂੰ ਇਨਸਾਫ ਮਿਲ ਸਕੇ ਕਮ ਸੇ ਕਮ। ਕਿਉਂਕਿ ਬਹੁਤੇ ਲੋਕ ਸੋਚਦੇ ਆ ਅਸੀਂ ਇੱਥੇ ਆ ਗਏ ਆ ਤੇ ਸਾਡਾ ਕੋਈ ਕੁਝ ਵਿਗਾੜ ਨਹੀਂ ਸਕਦਾ, ਪਰ ਜੇ ਸਰਕਾਰ ਚਾਹੇ, ਇੰਡੀਆ ਦੀ ਸਰਕਾਰ ਚਾਹੇ ਤੇ ਬਹੁਤ ਕੁਝ ਕਰ ਸਕਦੀ ਆ। ਇਸ ਕਰਕੇ ਆਪਾਂ ਸਾਰੇ ਜਣੇ ਰਲ ਕੇ ਇਹ ਜਿਹੜਾ ਮਸਲਾ ਆ ਨਾ, ਕਿਉਂਕਿ ਇੱਥੋਂ ਤਾਂ ਮੋਹਰੇ ਲੱਗਣ ਨੂੰ ਕੋਈ ਤਿਆਰ ਨਹੀਂ ਜੀ। ਮੈਂ ਬਹੁਤ ਬੰਦਿਆਂ ਨਾਲ ਗੱਲ ਕੀਤੀ ਆ, ਪਰ ਪਤਾ ਨਹੀਂ ਕਿਉਂ ਆਪਣੇ ਜਿਹੜੇ ਇੱਥੇ ਬੰਦੇ ਬੈਠੇ ਆ ਉਹ ਇਸ ਮਸਲੇ ਨੂੰ ਚੱਕਣ ਵਾਸਤੇ ਤਿਆਰ ਹੀ ਨਹੀਂ ਹੁੰਦੇ। ਤੇ ਬਹੁਤ ਜਿਹੜੇ ਆ ਉਹ ਆਪਣੀਆਂ ਰਿਸ਼ਤੇਦਾਰੀਆਂ ਰੱਖ ਲੈਂਦੇ ਮੋਹਰੇ, ਜਾਂ ਕੋਈ ਗੱਲ ਰੱਖ ਲੈਂਦੇ ਆ, ਜਾਂ ਅਗਲੇ ਕਹਿੰਦੇ ਅਸੀਂ ਕੀ ਲੈਣਾ ਜੀ। ਪ੍ਰੋਬਲਮ ਇਹ ਆ ਵੀ ਜਿਹਦੇ ਘਰ ਅੱਗ ਲੱਗੀ ਆ ਜੀ, ਤੇ ਜਿਹੜੇ ਮੈਂ ਉਹੀ ਮੈਂ ਦੇਖ ਰਿਹਾ ਨੀਤਾ ਦਾ ਮੈਸੇਜ, ਤੇ ਮੈਂ ਸਮਝਦਾ ਨਹੀਂ ਤਾਂ ਬਿਲਕੁਲ ਇਹ ਸਾਰੀ ਗੱਲ ਨੂੰ। ਤੇ ਆਪਾਂ ਨਾ ਹੁਣ ਇਕੱਲੇ ਤੌਰ ਤੇ ਲੜਾਈ ਇਹ ਲੜਨੀ ਆ, ਕਿਉਂਕਿ ਪਹਿਲਾਂ ਮੈਨੂੰ ਇਹ ਸੀ ਵੀ ਜਿੰਨੀ ਦੇ ਕੁੜੀਆਂ ਨਹੀਂ ਸਾਥ ਦਿੰਦੀਆਂ ਉਨੀ ਦੇਰ ਬਹੁਤ ਮੁਸ਼ਕਲ ਆ। ਜਿਹੜੀਆਂ ਲੜਕੀਆਂ ਦੇ ਨਾਲ ਇਹ ਘਟਨਾ ਵਾਪਰ ਰਹੀ ਆ ਉਹਨਾਂ ਦਾ ਸਾਥ ਵੀ ਸਾਨੂੰ ਬਹੁਤ ਜ਼ਰੂਰੀ ਆ। ਪਰ ਜਿਹੜਾ ਮਸਲਾ ਇਹ ਆ ਵੀ ਉਹ ਡਰਦੀਆਂ ਇੰਨੀਆਂ, ਉਹ ਇਸ ਮਾਮਲੇ ਦੇ ਵਿੱਚ ਸਾਡਾ ਸਾਥ ਦੇਣ ਨੂੰ ਤਿਆਰ ਹੀ ਨਹੀਂ। ਤੇ ਮੈਂ ਬਹੁਤ ਲੜਕੀਆਂ ਨੇ ਕੀਤਾ ਜਿਹੜੀਆਂ ਸਾਥ ਦੇਣ ਨੂੰ ਤਿਆਰ ਨਹੀਂ, ਤੇ ਕੁਝ ਲੜਕੀਆਂ ਇਸ ਵੇਲੇ ਇੰਡੀਆ ਬੈਠੀਆਂ, ਉਹਨਾਂ ਦੇ ਜੇ ਮਸਲੇ ਆ ਉਹ ਬਿਲਕੁਲ ਰੈਡੀ ਆ, ਕਹਿੰਦੇ ਅਸੀਂ ਜੋ ਤੁਸੀਂ ਕਹੋਗੇ ਅਸੀਂ ਕਰਨ ਨੂੰ ਤਿਆਰ ਹਾਂ, ਸਾਨੂੰ ਇਨਸਾਫ ਮਿਲਣਾ ਚਾਹੀਦਾ। ਤੇ ਆਪਾਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਜਿਹੜਾ ਮਸਲਾ ਉਹ ਲੜਾਈ ਕੋਲ ਜਾ ਕੇ
ਇਹ ਜਲਦੀ ਤੋਂ ਜਲਦੀ ਕੋਈ ਨਾ ਕੋਈ ਵਧੀਆ ਹੱਲ ਲੱਭਾਂਗੇ। ਬਿਲਕੁਲ ਬਿਲਕੁਲ ਜੀ। ਕੱਲੀਆਂ ਰਛਪਾਲ ਜੀ ਪਤਨੀਆਂ ਨਹੀਂ, ਮੈਂ ਇੱਕ ਦੋ ਪਤੀ ਵੀ ਦੇਖੇ ਆ ਵਿਚਾਰੇ, ਉਹ ਵੀ ਇੰਡੀਆ ਤੋਂ ਆਏ ਆ ਤੇ ਹਾਲ ਉਹਨਾਂ ਦੇ ਵੀ ਮਾੜੇ ਕੀਤੇ ਹੋ ਆ। ਇੱਕ ਮਤਲਬ ਕਈ ਕੀ ਦੱਸਾਂ ਜੀ, ਹੱਥ ਦੋਹੀਂ ਪਾਸੇ ਕੰਮ ਖਰਾਬ ਹੈ ਰਛਪਾਲ ਭਾਜੀ। ਹੂੰ। ਬਸ ਉਹਨਾਂ ਨੂੰ ਨੌਕਰ ਬਣਾ ਕੇ ਜਿੱਦਾਂ ਰੱਖਿਆ ਹੁੰਦਾ ਨਾ। ਹੂੰ। ਜਿਹੜਾ ਬੰਦਾ ਇੱਥੇ ਆ ਪੱਕਾ ਆ ਨਾ ਜੀ, ਉਹ ਤਾਂ ਆਪਣੇ ਆਪ ਨੂੰ ਪਤਾ ਨਹੀਂ ਰੱਬ ਹੀ ਸਮਝਣ ਲੱਗ ਪੈਂਦਾ। ਹੂੰ। ਬਹੁਤ ਥਾਂ ਕਈ ਉਲਟੇ ਕੇਸ ਵੀ ਹੈਗੇ ਆ ਭਾਜੀ, ਪਰ ਜ਼ਿਆਦਾਤਰ ਲੜਕੀਆਂ ਦੇ ਜ਼ਿਆਦਾ ਕੇਸ ਆ, ਲੜਕਿਆਂ ਨਾਲੋਂ ਲੜਕੀਆਂ ਦੇ ਜ਼ਿਆਦਾ ਕੇਸ ਆ। ਰਿਸ਼ਪਾਲ ਭਾਜੀ ਮੈਂ ਦੇਖਿਆ ਜੀ, ਜਿਹੜੇ ਲੜਕੇ ਆ ਨਾ ਉਹ ਫੇਰ ਵੀ ਫਾਈਟ ਕਰ ਲੈਂਦੇ ਆ। ਜ਼ਿਆਦਾ ਘਰ ਛੱਡ ਕੇ ਚਲ ਜਾਊਗਾ ਜਾਂ ਕੋਈ ਹੋਰ ਮਸਲਾ ਖੜਾ ਕਰ ਲੂਗਾ, ਉਹ 100 ਆਪਣਾ ਹੱਲ ਲੱਭ ਲੂਗਾ। ਪਰ ਲੜਕੀਆਂ ਲਈ ਬਹੁਤ ਮੁਸ਼ਕਲ ਆ ਘਰੋਂ ਬਾਹਰ ਨਿਕਲਣਾ। ਘਰੋਂ ਨਿਕਲਣ ਤੋਂ ਬਾਅਦ ਫਿਰ ਉਹ ਕੀ ਕਰੇ, ਕਿਹਨੂੰ ਮਿਲੇ, ਕੋਈ ਬੰਦਾ ਉਹਨੂੰ ਆਪਣੇ ਘਰ ਬਾਣ ਨੂੰ ਤਿਆਰ ਨਹੀਂ, ਕਿਉਂਕਿ ਹਰ ਬੰਦਾ ਕਹਿੰਦਾ ਨਹੀਂ ਜੀ ਸਾਡੀ ਇਹਨਾਂ ਦੇ ਨਾਲ ਬਣੀਓ ਆ ਤੇ ਅਸੀਂ ਕੁਝ ਨਹੀਂ ਕਰ ਸਕਦੇ, ਤੁਸੀਂ ਆਪਣਾ ਦੇਖੋ ਕਿੱਦਾਂ ਹੋਣਾ ਕਿੱਦਾਂ ਨਹੀਂ ਹੁੰਦਾ। ਭੈਣ ਜੀ ਰਣਜੀਤ ਕੌਰ ਹੁਣੀ ਚਲੇ ਗਏ? ਅੱਜ ਕਾਫੀ ਜਣੇ ਨਹੀਂ ਆ ਰਹੇ ਜੀ। ਨਾ ਭੈਣ ਜੀ ਪ੍ਰੀਤੋ ਜੀ ਆ ਸ਼ਾਇਦ। ਹਾਂਜੀ ਤੁਸੀਂ ਹੈਗੇ ਆ, ਚਲੋ ਠੀਕ ਆ। ਤੇ ਠੀਕ ਆ ਭੈਣ ਜੀ। ਤੇ ਇਦਾਂ ਦੇ ਮਸਲੇ ਆ ਜੀ, ਹੁਣ ਪਤਾ ਨਹੀਂ ਲੱਗ ਰਿਹਾ ਕੀ ਮੈਂ ਸਟੈਪ ਲੈ ਰਿਹਾ ਜੀ ਖੁਦ, ਕਿਉਂਕਿ ਇਦਾਂ ਕਿ ਜੇ ਆਪਾਂ ਇਹਨੂੰ ਇਦਾਂ ਹੀ ਸਾਰਿਆਂ ਦੀ ਸਾਂਝਾਂ ਦੇਖਣ ਲੱਗ ਪਏ ਤਾਂ ਫੇਰ ਮਸਲਾ ਨਹੀਂ ਜੀ ਹੱਲ ਹੋਣਾ। ਤੇ ਬੈਟਰ ਇਹੀ ਆ ਵੀ ਆਪਾਂ ਥੋੜ੍ਹਾ ਜਿਹਾ ਇਸ ਸੰਬੰਧ ਦੇ ਵਿੱਚ 1 ਘੰਟੇ ਦੇ ਵਿੱਚ ਹੋਰ ਮਸਲਾ ਨਿਕਲਿਆ ਜੀ। ਇੱਕ ਮੈਨੂੰ ਪਤਾ ਲੱਗਾ ਘੰਟੇ 'ਚ ਹੋਰ ਕੋਈ ਪ੍ਰੋਬਲਮ ਹੈ ਖੜੀ ਹੋਈ ਆ। ਹੂੰ। ਤੇ ਚਲੋ ਦੇਖੋ ਕੀ ਬਣਦਾ। ਨਹੀਂ ਤਾਂ ਆਪਾਂ ਲੱਗੇ ਹੋ ਆ ਤੇ ਪਰਮਾਤਮਾ ਕਰੇ ਸਾਨੂੰ। ਅਸਲ ਦੇ ਵਿੱਚ ਪਰਮਾਤਮਾ ਦਾ ਜਿਹੜਾ ਸਿਰ ਤੇ ਹੱਥ ਹੋਣਾ ਬਹੁਤ ਜ਼ਰੂਰੀ ਆ। ਤੇ ਜੇ ਪਰਮਾਤਮਾ ਨੇ ਸਿਰ ਤੇ ਹੱਥ ਰੱਖਿਆ ਤੇ ਮੈਂ ਇਸ ਮਾਮਲੇ ਨੂੰ, ਇਹ ਜ਼ਰੂਰ ਆ ਵੀ ਮੇਰੇ ਨਾਲ ਕਈ ਦੁਸ਼ਮਣ ਬਣ ਜਾਣਗੇ, ਪਰ ਕਿਸੇ ਨਾ ਕਿਸੇ ਨੂੰ ਆਪਾਂ ਕਿਨਾਰੇ ਤੇ ਲੈ ਕੇ ਜ਼ਰੂਰ ਜਾਵਾਂਗੇ। ਹੂੰ। ਗਿੰਟ 'ਚ ਵੀ ਆ ਲੜਕੀਆਂ ਦਾ ਕੁਛ ਹੈਗਾ ਜੀ ਪ੍ਰੋਬਲਮ ਰਣਜੀਤ ਜੀ। ਕੋਈ ਇੱਕ ਦੋ ਪਰਿਵਾਰਾਂ ਦੇ ਵਿੱਚ ਲੜਕੀਆਂ ਇੰਡੀਆ ਤੋਂ ਵਿਆਹ ਕੇ ਆਈਆਂ ਤੇ ਉਹ ਉਹਨਾਂ ਨੂੰ ਬਹੁਤ ਪਰੇਸ਼ਾਨ ਕੀਤਾ ਜਾ ਰਿਹਾ। ਮੈਨੂੰ ਅੱਜ ਪਤਾ ਲੱਗਾ, ਮੈਂ ਪਹਿਲਾਂ ਇੱਕ ਪਰਿਵਾਰ ਦਾ ਸਮਝਦਾ ਸੀ, ਹੁਣ ਅੱਜ ਪਤਾ ਲੱਗਾ 2 ਆ। ਤੇ ਤੇ ਪਰ ਮੈਂ ਇੱਥੇ ਨਾਂ ਉਹਨਾਂ ਦੇ ਨਹੀਂ ਲੈ ਸਕਦਾ ਜੀ, ਕਿਉਂਕਿ ਕਈ ਤਰ੍ਹਾਂ ਦੇ ਮਸਲੇ ਹੁੰਦੇ ਆ। ਕਈ ਵਾਰੀ ਘਰੇਲੂ ਮਸਲੇ ਸੁਲਝ ਵੀ ਜਾਂਦੇ ਆ 4 ਬੰਦੇ ਬੈਠਣ ਨਾਲ, ਇਸ ਕਰਕੇ ਆਪਾਂ ਉਹਨਾਂ ਨੂੰ ਮੀਡੀਆ ਦੇ ਵਿੱਚ ਲਿਆ ਕੇ ਕਿਸੇ ਵੀ ਕਿਸਮ ਦੀ ਆਪਾਂ ਉਹ ਕਰ ਨਹੀਂ ਸਕਦੇ। ਸਤਿ ਸ਼੍ਰੀ ਅਕਾਲ ਹਰਦੀਪ ਜੀ, ਸਤਿ ਸ਼੍ਰੀ ਅਕਾਲ। ਬਾਕੀ ਤੁਸੀਂ ਆਪਣੇ ਆਪਣੇ ਸੁਝਾਅ ਤਾਂ ਦਿਓ ਜੀ ਵੀ ਆਪਾਂ ਕੀ ਕਿੱਦਾਂ ਹੋ ਸਕਦਾ ਮਸਲਾ ਹੱਲ, ਕਿੱਦਾਂ ਹੋ ਸਕਦਾ, ਸੁਝਾਅ ਦਿਓ ਆਪਣੇ ਆਪਣੇ। ਤੇ ਮੈਂ ਇੱਕ ਫੋਟੋ ਨਾ ਬਣਾ ਰਿਹਾ ਜੀ। ਆਪਾਂ ਜੇ ਇੱਕ ਵਾਰੀ ਕਿਸੇ ਦਿਨ ਜੇ ਤੁਹਾਡੇ ਕੋਲ ਟਾਈਮ ਹੋਵੇ ਜਾਂ ਅਗਲੇ ਸੰਡੇ ਆਪਾਂ ਇੱਕ ਵਾਰੀ ਜ਼ੂਮ ਰਾਹੀਂ ਸਾਰੇ ਜਣੇ ਗੱਲ ਕਰੀਏ, ਆਨਲਾਈਨ ਹੋਈਏ ਸਾਰੇ ਜ਼ੂਮ ਰਾਹੀਂ। ਤੇ ਉਹਦੇ ਤੇ ਆਪਾਂ ਸਾਰੇ ਜਿੰਨੇ ਵੀ ਸਾਂਝ ਪਾਉਣੀ ਚਾਹੁੰਦੇ ਉਹਨਾਂ ਨੂੰ ਆਪਾਂ ਭੇਜ ਦਾਂਗੇ ਲਿੰਕ। 1 ਘੰਟੇ ਦੀ ਆਪਾਂ ਇਹ ਗੱਲਬਾਤ ਰੱਖੀਏ ਤੇ ਤੁਸੀਂ ਸਾਰੇ ਜਣੇ ਆਪਣੇ ਆਪਣੇ ਵਿਚਾਰ ਦਿਓ ਵੀ ਆਪਾਂ ਕਿੱਦਾਂ ਇਹ ਮਸਲੇ ਜਿਹੜੇ ਆ ਲੜਕੀਆਂ ਦੇ ਇਹਨਾਂ ਨੂੰ ਕਿੱਦਾਂ ਹੱਲ ਕਰ ਸਕਦੇ ਆ, ਕਿਉਂਕਿ ਸਭ ਦੇ ਘਰ ਧੀਆਂ ਭੈਣਾਂ ਹੈਗੀਆਂ ਜੀ।
ਤੇ ਇਸ ਕਰਕੇ ਮੈਂ ਚਾਹੁੰਦਾ ਜੇ ਤੁਸੀਂ ਸਾਰੇ ਜਣੇ ਥੋੜ੍ਹਾ ਜਿਹਾ ਸਾਥ ਦਿਓ ਤੇ ਆਪਾਂ ਇਸ ਸੰਬੰਧ ਦੇ ਵਿੱਚ ਗੱਲ ਕਰ ਲਈਏ। ਮਨੀਸ਼ਾ ਗੁਲਾਟੀ ਬੈਲਜੀਅਮ 'ਚ ਕੁਝ ਨਹੀਂ ਕਰ ਸਕਦੀ ਜੀ, ਪਰ ਕਰ ਤਾਂ ਬਹੁਤ ਕੁਝ ਸਕਦੀ ਹੈ ਜੇ ਚਾਹੇ ਜੀ, ਕਿਉਂਕਿ ਜਿਹੜੇ ਇਹਨਾਂ ਦੇ ਪਰਿਵਾਰ ਵੀ ਆ, ਲੜਕਿਆਂ ਵਾਲਿਆਂ ਦੇ ਵੀ ਪਰਿਵਾਰ ਉੱਥੇ ਹੈਗੇ ਆ, ਤੇ ਜੇ ਕਰਨ ਤੇ ਆਵੇ ਤਾਂ ਬਹੁਤ ਕੁਝ ਹੋ ਸਕਦਾ ਜੀ, ਪਰ ਜੇ ਨੀਤ ਸਾਫ਼ ਹੋਵੇ। ਇਹ ਠੀਕ ਆ ਵੀ ਇੱਥੇ ਪੱਕੇ ਆ ਜੀ, ਪੱਕੇ ਹੋਣ ਕਰਕੇ ਇਹਨਾਂ ਨੂੰ ਇਸ ਗੱਲ ਦਾ ਬੜਾ ਮਾਣ ਜਿਹਾ ਆ ਵੀ ਅਸੀਂ ਪੱਕੇ ਆ ਤੇ ਸਾਡਾ ਕੋਈ ਵਿਗਾੜ ਕੁਛ ਨਹੀਂ ਸਕਦਾ। ਪਰ ਜੇ ਸਰਕਾਰਾਂ ਚਾਹੁਣ ਤਾਂ ਜੀ ਬਹੁਤ ਕੁਝ ਹੋ ਸਕਦਾ। ਸਰਕਾਰਾਂ ਤਾਂ ਚੱਕ ਕੇ ਬੰਦੇ ਉਹਨਾਂ ਕੰਟਰੀਆਂ 'ਚੋਂ ਲੈ ਜਾਂਦੀਆਂ ਜਿਨ੍ਹਾਂ ਕੰਟਰੀਆਂ ਦੇ ਨਾਂ ਨਹੀਂ ਅਸੀਂ ਜਾਣਦੇ, ਜੇ ਚਾਹੁਣ ਤਾਂ ਉਹ ਨਹੀਂ, ਉਹ ਤਾਂ ਮੈਨੂੰ ਵੀ ਪਤਾ ਜੀ, ਜਿਹੜੇ ਬੈਲਜੀਅਮ ਦੇ ਮਸਲੇ ਆ ਉਹ ਸਾਰੇ ਬੈਲਜੀਅਮ ਦੇ ਕਾਨੂੰਨ ਦੇ ਮੁਤਾਬਕ ਇਹ ਹੱਲ ਹੋਣੇ ਆ, ਪਰ ਰਹਿਣਾ ਤਾਂ ਫੇਰ ਵੀ ਇਹਨਾਂ ਨੇ ਇੰਡੀਆ ਹੈਗਾ ਨਾ ਜੀ, ਇੰਡੀਆ ਜਾਣਾ ਬਹੁਤ ਮਸਲੇ ਜੇ ਇਹ ਠੋਕਣ ਤੇ ਆਉਣ ਤਾਂ ਬਹੁਤ ਕੁਝ ਕਰ ਸਕਦੇ ਆ, ਤੇ ਇਹ ਤਾਂ ਮੈਨੂੰ ਵੀ ਪਤਾ ਜੀ। ਫਿਰ ਜਿਹੜੇ ਇੱਥੇ ਦੇ ਮਸਲੇ ਆ ਇਹਨਾਂ ਦੇ ਮੁਤਾਬਕ ਇਹ ਹੱਲ ਹੋਣੇ ਆ। ਪਰ ਇਹ ਵੀ ਨਹੀਂ ਹੋ ਸਕਦਾ ਹੁਣ ਜੇ ਲੜਕੀ ਨੂੰ ਲੈ ਆਂਦਾ ਤੇ ਤੁਸੀਂ ਉਹਨੂੰ ਰੋਲ ਰਾਲ ਕੇ 10 ਦਿਨ ਬਾਅਦ ਘਰੋਂ ਕੱਢ ਦਿਓ, ਜਾਂ ਉਹਦੇ ਕੁੱਟਮਾਰ ਕਰੋ, ਜਾਂ ਉਹਨੂੰ ਇਹੋ ਜਿਹੀਆਂ ਗੱਲਾਂ ਦੇ ਨਾਲ ਜਲੀਲ ਕਰੋ ਜਿਹੜੀ ਉਹ ਪਰੇਸ਼ਾਨੀ, ਫਿਰ ਉਹ ਤਾਂ ਕਿਸੇ ਨਾ ਕਿਸੇ ਜਗ੍ਹਾ ਤੇ ਉਹਨੂੰ ਦਰਵਾਜ਼ਾ ਖੜਕਾਉਣਾ ਹੀ ਪੈਣਾ। ਇੱਥੇ ਦੇ ਕਾਨੂੰਨ ਦੇ ਮੁਤਾਬਕ ਤਾਂ ਅਗਲੇ ਕਹਿੰਦੇ ਪ੍ਰੋਬਲਮ ਹੈ ਤਲਾਕ ਲੈ ਲਾ। ਸਭ ਤੋਂ ਬੜੀ ਆਸਾਨ ਗੱਲ ਇਹਨਾਂ ਲਈ ਤਾਂ ਇਹੀ ਹੈ ਜੀ, ਕਿਉਂਕਿ ਇਹਨਾਂ ਲੋਕਾਂ ਲਈ ਕੋਈ ਇਹ ਮਸਲਾ ਨਹੀਂ ਬਹੁਤ ਬੜਾ ਤਲਾਕ ਲੈ ਲੈਣਾ, ਤੇ ਸਾਡੇ ਲਈ ਜਿਹੜਾ ਇਹ ਮਸਲਾ ਬਹੁਤ ਵੱਡਾ ਆ। ਤੇ ਜੇ ਤੁਹਾਨੂੰ ਜੇ ਉੱਥੇ ਉਹ ਪਰੇਸ਼ਾਨ ਕਰ ਸਕਦੇ ਇਹਨਾਂ ਦੇ ਪਰਿਵਾਰਾਂ ਨੂੰ, ਤੇ ਫਿਰ ਉਹ ਇੱਥੇ ਦੇ ਲੋਕ ਜਿਹੜੇ ਆ ਇਹਨਾਂ ਨੂੰ ਮੰਨਣਾ ਪਊਗਾ। ਅਕਸਰ ਕੋਈ ਨਾ ਕੋਈ ਜਿਹੜੇ ਇੱਥੇ ਲੋਕ ਬੈਠੇ ਆ ਭਾਵੇਂ ਨੈਸ਼ਨੈਲਿਟੀ ਆ, ਉਹਨਾਂ ਨੂੰ ਉਹਨਾਂ ਦੇ ਪਿਛਲੇ ਜਾਇਦਾਦਾਂ ਤੇ ਅਸਰ ਹੋ ਸਕਦਾ। ਹੁਣ ਪਿਛਲੇ ਦਿਨ ਹੀ ਤੁਸੀਂ ਦੇਖਿਆ ਤੇ ਇੱਕ ਮਾਤਾ ਸੀ, ਉਹਦੇ ਬੱਚਿਆਂ ਦੇ ਕੋਲੋਂ ਉਹਦੀ ਜ਼ਮੀਨ ਖੋਰ ਕੇ ਮਾਤਾ ਨੂੰ ਸਾਰੀ ਦੇ ਦਿੱਤੀ ਗਈ ਆ, ਤੇ ਹੁਣ ਉਹ ਬੱਚੇ ਉਹ ਪੈਨਸ਼ਨਾਂ ਲੈਂਦੇ ਸੀ, ਉਹ ਕਹਿੰਦੀ ਹੋਰ ਕਿਉਂ ਨਾ ਮੈਂ ਤੁਹਾਡੀਆਂ ਪੈਨਸ਼ਨਾਂ ਵੀ ਬੰਦ ਕਰਾਵਾਂ। ਜਦੋਂ ਇਦਾਂ ਦਾ ਕੋਈ ਪ੍ਰੋਬਲਮ ਡਰਾਵਾ ਮਿਲਦਾ, ਕਿਉਂਕਿ ਜਿਹੜਾ ਵੀ ਬੰਦਾ ਇੱਥੇ ਬੈਠਾ ਉਹਦੀ ਭੈਣ ਭਰਾ ਤਾਇਆ ਚਾਚਾ ਫੁੱਫੜ ਮਾਸੀ ਮਾਸੜ ਕੋਈ ਨਾ ਕੋਈ ਇੰਡੀਆ ਵੀ ਹੈਗਾ, ਸਾਰਾ ਟੱਬਰ ਤਾਂ ਇੱਥੇ ਆ ਕੇ ਨਹੀਂ ਨਾ ਬੈਠਾ। ਮਤਲਬ ਗੱਲ ਤਾਂ ਇਹ ਆ ਵੀ ਮਸਲਾ ਹੱਲ ਕਿਸੇ ਤਰੀਕੇ ਹੋਰ ਆਪਣੇ ਕੋਲ ਕੀ ਹੱਲ ਆ, ਜਿੱਥੇ ਦੀ ਸਰਕਾਰ ਨਾਲ ਅਸੀਂ ਇਸ ਸੰਬੰਧ ਦੇ ਵਿੱਚ ਕਰਦੇ ਇਹਨਾਂ ਕੁਝ ਵੀ ਗੱਲ, ਪਰ ਸਾਡੀ ਲਈ ਬਹੁਤ ਬੜੀ ਆ। ਕੋਈ ਹੱਲ ਆਪਾਂ ਸਾਰੇ ਜਣੇ ਤੁਸੀਂ ਦੱਸੋ, ਆਪਾਂ ਕੀ ਇਸ ਤਰੀਕੇ ਨਾਲ ਇਹ ਮਸਲੇ ਨੂੰ ਸੋਲਵ ਕਰ ਸਕਦੇ ਹਾਂ, ਕੋਈ ਹੈ ਵੱਡੀਆਂ ਜਿਹਦੇ ਵਿੱਚ ਕਿਸੇ ਤਰੀਕੇ ਨਾਲ। ਮੰਜੂ ਪੱਟੀ ਜੀ ਸਤਿ ਸ੍ਰੀ ਅਕਾਲ। ਦੱਸੋ ਆਪਾਂ ਕੀ ਕੀ ਕੀਤਾ ਸਕਦਾ ਜੀ, ਹੱਲ ਇਹਦਾ ਕੀ ਹੱਲ ਹੈ, ਦੱਸੋ ਸਾਰੇ ਜਣੇ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਕੀ ਆਪਾਂ ਕੀ ਹੱਲ ਕਰ ਸਕਦੇ ਇਹਦਾ, ਕੋਈ ਦੱਸੋ। ਨਹੀਂ ਫਿਕਰ ਨਹੀਂ ਨਹੀਂ ਰਣਜੀਤ ਕੌਰ ਜੀ, ਫਿਕਰ ਦੀ ਤਾਂ ਕੋਈ ਗੱਲ ਨਹੀਂ ਹੈਗੀ, ਇੱਦਾਂ ਦਾ ਨਹੀਂ ਮਸਲਾ ਹੈਗਾ। ਮਸਲਾ ਤਾਂ ਇਹ ਆ ਵੀ ਕੋਈ ਵੀ ਜੇ ਧੀ ਭੈਣ ਕੋਈ ਪ੍ਰੋਬਲਮ ਦੇ ਵਿੱਚ ਹੈਗੀ ਆ, ਤੇ ਇਹਦਾ ਕਾਰਨ ਕੀ ਆ, ਜੇ ਆਪਾਂ ਮਤਲਬ ਇਸ ਚੀਜ਼ ਨੂੰ ਨਾ ਸੀਰੀਅਸ ਲਈਏ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮਸਲੇ ਹੋਰ ਖਰਾਬ ਹੋਣਗੇ। ਮੰਜੂ ਭੱਟੀ ਜੀ ਮੈਂ ਉਹ ਗੱਲ ਕਰ ਰਿਹਾ ਵੀ ਬਹੁਤ ਲੜਕੀਆਂ ਜਿਹੜੀਆਂ ਇੱਥੇ ਆ ਉਹ ਪ੍ਰੋਬਲਮ ਦੇ ਵਿੱਚ ਆ, ਜਿਹੜੀਆਂ ਨਵੀਆਂ ਆਈਆਂ ਇੰਡੀਆ ਦੇ ਵਿੱਚੋਂ, ਤੇ ਉਹ ਸਹੁਰੇ ਘਰ ਵੱਲੋਂ ਕਈ ਪਰਿਵਾਰ ਇਦਾਂ ਦੇ ਹੈਗੇ ਜਿਨ੍ਹਾਂ ਨੂੰ ਤੰਗ ਕੀਤਾ ਜਾ ਰਿਹਾ 2-3 ਘੰਟੇ ਦੇ ਵਿੱਚ ਆ, ਕੁਛ ਇੱਧਰ ਉੱਧਰ ਆ। ਤੇ ਉਹਦੇ ਸਬੰਧ ਦੇ ਵਿੱਚ ਅਨੀਤਾ ਉਹਨਾਂ ਨੇ ਸਵਾਲ ਕੀਤਾ ਸੀ, ਕਹਿੰਦੇ ਵੀ ਮੈਂ ਪਿਛਲੇ ਦਿਨੀ ਖਬਰ ਵੀ ਲਾਈ ਸੀਗੀ, ਤੇ ਇਹ ਕੁਛ ਕੋਈ ਅਨੀਤਾ ਉਹਨਾਂ ਨੂੰ ਵੀ ਜਾਣਦਾ ਪਰਿਵਾਰ ਰੱਖਿਆ, ਉਹਨਾਂ ਦੇ ਵਿੱਚ ਵੀ ਲੜਕੀ ਜਿਹੜੀ ਆ ਉਹ ਥੋੜੀ ਜਿਹੀ ਪਰੇਸ਼ਾਨ ਹੈ। ਆਪਾਂ ਨਾਂ ਨਹੀਂ ਲੈਣਾ ਕਿਸੇ ਦਾ, ਕਿਉਂਕਿ ਮੀਡੀਆ ਦੇ ਉੱਤੇ ਕਿਸੇ ਦਾ ਨਾਂ ਲੈ ਕੇ ਆਪਾਂ ਕਿਸੇ ਨੂੰ ਬਦਨਾਮ ਨਹੀਂ ਕਰਨਾ, ਪਰ ਸਾਡੀ ਮੈਂ ਤਾਂ ਹੱਥ ਜੋੜ ਕੇ ਸਭ ਨੂੰ ਇਹੀ ਬੇਨਤੀ ਕਰੂੰਗਾ ਵੀ ਜਿਹੜੀਆਂ ਨੌਹਾਂ ਹੁੰਦੀਆਂ ਇਹ ਵੀ ਧੀਆਂ ਹੀ ਹੁੰਦੀਆਂ,
ਤੇ ਕਈ ਵਾਰੀ ਬਹੁਤ ਚੀਜ਼ਾਂ ਸਾਨੂੰ ਆਪ ਸੰਭਾਲ ਸਿਖਾਲ ਕੇ ਲਿਆਉਣਾ ਪੈਂਦਾ, ਸਾਰਾ ਕੁਝ ਕਰਨਾ ਪੈਂਦਾ। ਤੇ ਇਸ ਸੰਬੰਧ ਦੇ ਵਿੱਚ ਮੰਜੂ ਜੀ ਅੱਜ ਆਪਾਂ ਗੱਲਬਾਤ ਕਰ ਰਹੇ ਹਾਂ। ਮੈਂ ਚਾਹੁੰਦਾ ਸਾਰੇ ਜਣੇ ਸੁਝਾਅ ਦਿਓ ਕਿ ਆਪਾਂ ਇਹ ਜਿਹੜਾ ਮਸਲਾ, ਇਹਦਾ ਹੱਲ ਕੀ ਕੀਤਾ ਜਾ ਸਕਦਾ, ਕਿਉਂਕਿ ਹਰ ਐਤਵਾਰ ਨੂੰ ਇਹ ਮਸਲਾ ਜਿਹੜਾ ਉੱਠਦਾ ਵੀ ਲੜਕੀਆਂ ਜਿਹੜੀਆਂ ਪਰੇਸ਼ਾਨ ਆ, ਤੇ ਆਪਾਂ ਕੀ ਇਹਦੇ ਵਿੱਚ ਕਰ ਸਕਦੇ ਹਾਂ, ਕਿਹੜੇ ਤਰੀਕੇ ਨਾਲ ਇਸ ਮਸਲੇ ਨੂੰ ਸੁਲਝਾ ਸਕਦੇ। ਕੁਛ ਹੈ ਤੁਹਾਡੀ ਨਜ਼ਰ ਦੇ ਵਿੱਚ, ਜੇ ਕੋਈ ਤੁਹਾਨੂੰ ਤੁਸੀਂ ਚੰਗਾ ਸਮਝਦੇ ਆ ਸੁਝਾਓ। ਸਾਰੇ ਜਣੇ ਦਿਓ ਵਿਚਾਰ ਆਪਣੇ ਜੀ। ਫਿਰ ਆਪਾਂ ਇਹ ਵੀ ਨਹੀਂ ਨਾ ਰਣਜੀਤ ਕੌਰ ਜੀ, ਵੀ ਆਪਾਂ ਸਿਰਫ ਪਰਮਾਤਮਾ ਦੇ ਛੱਡ ਕੇ ਬਹਿ ਜਾਈਏ ਹੈ, ਲੜਕੀ ਪੁਲਿਸ ਕੋ ਜਾਵੇ। ਉਹ ਪ੍ਰੋਬਲਮ ਪਤਾ ਕੀ ਹੈ ਜੀ, ਜਿਹੜੀ ਨਵੀਂ ਲੜਕੀ ਆਈ ਹੈ ਨਾ 2 4 6 ਮਹੀਨੇ ਤੋਂ, ਉਹ ਤਾਂ ਉਹ ਇੰਡੀਆ ਵਾਲੀ ਪੁਲਿਸ ਵਾਲਾ ਹਾਲ ਸਮਝਦੀ ਆ। ਪ੍ਰੋਬਲਮ ਇਹ ਹੈ ਨਾ, ਉਹ ਜਿਹੜੀ ਹੁਣ ਲੜਕੀ ਨਵੀਂ ਆਈ ਆ, ਉਹਦੇ ਦਿਮਾਗ ਤਾਂ ਇੰਡੀਆ ਵਾਲੀ ਪੁਲਿਸ ਦਾ ਇਹ ਹਾਲ ਬੈਠਾ ਆ, ਤੇ ਉਹਦੇ ਲਈ ਉਹ ਵੀ ਬਹੁਤ ਮੁਸ਼ਕਲ ਆ। ਤੇ ਘਰ ਦੇ ਉਹਨੂੰ ਕਿਸੇ ਨਾਲ ਹੋਰ ਮਿਲ ਨਹੀਂ ਦਿੰਦੇ, ਕੋਈ ਉਹਦੇ ਘਰਦਿਆਂ ਤੱਕ ਨਹੀਂ, ਉਹਦਾ ਮਾਂ-ਬਾਪ ਨੂੰ ਫੋਨ ਤੱਕ ਨਹੀਂ ਹੋਣ ਦਿੱਤਾ ਜਾ ਰਿਹਾ। ਦੂਜਾ ਆ ਕੇ ਇੱਥੇ ਉਹਨਾਂ ਨੂੰ ਬੋਲੀ ਦੀ ਪ੍ਰੋਬਲਮ ਆ ਜਾਂਦੀ ਆ, ਉਹ ਇੰਗਲਿਸ਼ ਜਾਣਦੀਆਂ, ਜੇ ਉਹ ਨੀਦਰਲੈਂਡ ਨਹੀਂ ਜਾਣਦੀਆਂ, ਉਹਨਾਂ ਨੂੰ ਲੱਗਦਾ ਵੀ ਪਤਾ ਨਹੀਂ ਸਾਡੀ ਕੋਈ ਗੱਲ ਸਮਝੂਗਾ ਜਾਂ ਨਹੀਂ ਸਮਝੂਗਾ, ਕਿਉਂਕਿ ਉਹਨਾਂ ਨੂੰ ਗਾਈਡ ਕਰਨ ਵਾਲਾ ਹੈ ਨਹੀਂਗਾ ਪਿੱਛੇ। ਜੇ ਤਾਂ ਉਹਨਾਂ ਨੂੰ ਕੋਈ ਗਾਈਡ ਕਰੇ ਤੇ ਫਿਰ ਉਹਨਾਂ ਨੂੰ ਸਮਝ ਲੱਗੇ। ਗਾਈਡ ਕਰਨ ਵਾਲਾ ਕੋਈ ਖਾਸ ਨਹੀਂ ਹੈਗਾ, ਕਿਉਂਕਿ ਜਿਸ ਬੰਦੇ ਨੇ ਵੀ ਗਾਈਡ ਕਰਨਾ, ਉਹਦੇ ਪਹਿਲਾਂ ਮਾਂ-ਬਾਪ ਜਿਹੜੇ ਉਹਦੇ ਸਹੁਰੇ ਆ ਉਹਨਾਂ ਦੇ ਨਾਲ ਚੰਗੇ ਰਿਲੇਸ਼ਨ ਆ, ਤੇ ਉਹ ਕੋਈ ਇਦਾਂ ਦੀ ਗੱਲ ਕਰਨ ਦੀ ਬਜਾਏ ਉਹ ਉਲਟਾ ਸਮਾਂ ਕਈ ਵਾਰੀ ਉਹ ਕੁੜੀ ਨੂੰ ਕਹਿਣ ਲੱਗ ਪੈਂਦੇ ਵੀ ਤੂੰ ਗਲਤ ਆ, ਇਹ ਆ, ਤੈਨੂੰ ਇਦਾਂ ਇਹ ਉਹ। ਤੇ ਕੀ ਹੱਲ ਕੀ ਹੋ ਸਕਦਾ ਜੀ ਵਧੀਆ ਤਰੀਕੇ ਨਾਲ। ਔਰ ਇੱਕ ਹੋਰ ਸਭ ਤੋਂ ਬੜੀ ਗੱਲ ਹੈ ਜੀ, ਅੱਗੇ ਤਾਂ ਆਪਾਂ ਸੱਸਾਂ ਤੇ ਇਲਜ਼ਾਮ ਲਾਉਂਦੇ ਸੀ ਨਾ, ਅੱਜ ਮੁੰਡੇ ਕੁੜੀਆਂ ਨੂੰ ਗਲਤ ਕਹਿਣ ਲੱਗੇ ਹੋਏ ਜੀ। ਬੜਾ ਕੁਛ ਗਲਤ ਮਲਤ ਇਹੋ ਜਿਹਾ ਸਵਾਲ ਜਵਾਬ ਕਰਦੇ ਆ ਜਿਹੜਾ ਲੜਕੀਆਂ ਲਈ ਬਹੁਤ ਮੁਸ਼ਕਲ, ਖਾਸ ਕਰਕੇ ਸਾਡੇ ਕਲਚਰ ਦੇ ਵਿੱਚ ਇਹ ਚੀਜ਼ਾਂ ਦਾ ਜਵਾਬ ਦੇਣਾ ਬਹੁਤ ਔਖਾ ਆ। ਵੀ ਉਹ ਤਾਂ ਹੈਗਾ ਹੀ ਆ ਦੂਸਰੇ ਅਨੀਤਾ, ਉਹ ਤਾਂ ਵੈਸੇ ਜੇ ਕਹੀਏ ਤਾਂ ਹੈਗਾ ਹੀ ਇਦਾਂ ਹੀ ਆ। ਹਾਂ ਜੀ ਬਿਲਕੁਲ ਬਿਲਕੁਲ ਮੰਜੂ ਜੀ, ਇਹ ਵੀ ਗੱਲ ਸਹੀ ਹੈ ਤੁਹਾਡੀ। ਰਣਜੀਤ ਹੁਣ ਵੀ ਲਿਖਦੇ ਆ ਵੀ ਪੁਲਿਸ ਜਿਹੜੀ ਆ ਉਹ ਕਰ ਸਕਦੀ ਆ, ਪਰ ਪ੍ਰੋਬਲਮ ਇਹ ਆ ਨਾ ਜੀ ਵੀ ਹੁਣ ਇੱਥੇ ਤੱਕ ਪਹੁੰਚਾਵੇ ਕਿਹੜਾ। ਜਿਹੜੀ ਲੜਕੀ ਨੂੰ 2 ਮਹੀਨੇ ਆਈ ਨੂੰ ਹੋ ਗਏ, ਉਹ ਇੱਥੇ ਤੱਕ ਜਾਂ 3 ਮਹੀਨੇ ਜਾਂ 4 ਮਹੀਨੇ, ਇਹ ਮਸਲੇ ਨੂੰ ਉਹ ਪੁਲਿਸ ਤੱਕ ਕਿੱਦਾਂ ਪਹੁੰਚਾਵੇ ਹਨਾ। ਜਿਹੜੀਆਂ ਖਾਸ ਕਰਕੇ ਸ਼ਹਿਰ ਤੋਂ ਜਿਹੜੀਆਂ ਲੜਕੀਆਂ ਆਉਂਦੀਆਂ ਜੀ, ਉਹਨਾਂ ਦੀ ਤਾਂ ਗੱਲ ਹੈਗੀ ਹੋਰ। ਜਿਹੜੀਆਂ ਖਾਸ ਬਹੁਤ ਪਿਛੜੇ ਪਿੰਡਾਂ 'ਚੋਂ ਲੜਕੀਆਂ ਆ ਰਹੀਆਂ ਨਾ, ਉਹਨਾਂ ਲਈ ਇਹ ਗੱਲਾਂ ਬਹੁਤ ਪੁਲਿਸ ਥਾਣੇ ਦੀਆਂ। ਆਪਣੇ ਪੰਜਾਬ ਦੇ ਵਿੱਚ ਜਿਹੜਾ ਪੁਲਿਸ ਦਾ ਦਹਿਸ਼ਤ ਆ ਨਾ, ਉਹ ਇੱਥੇ ਆ ਕੇ ਜਿਹੜੀਆਂ ਕੁੜੀਆਂ ਇੱਥੇ ਦੀ ਪੁਲਿਸ ਆ, ਉਹਦੇ ਕੋਲ ਵੀ ਉਹਨਾਂ ਲਈ ਉਹੀ ਦਹਿਸ਼ਤ ਵਾਲੀ ਗੱਲ ਆ। ਤੇ ਉਹ ਬਹੁਤ ਮੁਸ਼ਕਲ ਆ ਉਹਨਾਂ ਦਾ ਇਸ ਮਸਲੇ ਤੱਕ ਪਹੁੰਚ ਕਰਨੀ। ਤੇ ਉਲਟਾ ਉਹ ਘਰ ਦੇ ਧਮਕੀਆਂ ਦੇਣ ਲੱਗ ਪੈਂਦੇ ਆ, ਫਿਰ ਠੀਕ ਆ ਤੂੰ ਜਾ ਕੇ ਆ, ਸਹੀ ਜੇ ਕਰਾਂਗੇ ਉਹ ਕਰਾਂਗੇ, ਤੂੰ ਫਿਰ ਬਾਹਰੇ ਰਹੂੰਗੀ ਹਨਾ। ਸਤਿ ਸ਼੍ਰੀ ਅਕਾਲ ਜੀ ਰੂਪੀ ਜੀ, ਸਤਿ ਸ਼੍ਰੀ ਅਕਾਲ। ਤੇ ਕੁਛ ਹੱਲ ਨਹੀਂ ਸਮਝ ਲੱਗ ਰਿਹਾ ਜੀ, ਤਾਂ ਮੈਂ ਉਹਨਾਂ ਨੂੰ ਗੁਲਾਟੀ ਜੀ ਨੂੰ ਚਿੱਠੀ ਲਿਖੀ ਸੀ। ਸਤਿ ਸ਼੍ਰੀ ਅਕਾਲ। ਉਹ ਕੋਈ ਨਹੀਂ ਜੀ, ਕੋਈ ਚੱਕਰ ਨਹੀਂ। ਨਹੀਂ ਉਹ ਤਾਂ ਹੋ ਸਕਦਾ ਜੀ, ਪਰ ਪ੍ਰੋਬਲਮ ਇਹ ਆ ਨਾ, ਉਹ ਜਾਣ ਤੱਕ ਰੈਡੀ ਵੀ ਹੋਣਾ ਪੈਣਾ ਜੀ। ਕੱਲਾ ਤਰਜਮੇ ਦੀ ਨਹੀਂ ਗੱਲ ਰਣਜੀਤ ਕੌਰ ਜੀ, ਉਹ ਜਾਣ ਲਈ ਰੈਡੀ ਵੀ ਹੋਣ ਨਾ। ਜਦੋਂ ਉਹਨਾਂ ਨੂੰ ਇਸ ਗੱਲ ਤੱਕ ਹਜੇ ਤੱਕ, ਕਿਉਂਕਿ ਲਿੰਕ ਸਾਰੇ ਟੁੱਟ ਗਏ ਉਹਨਾਂ ਦੇ।
ਮਾਂ-ਬਾਪ ਦੇ ਨਾਲ ਵੀ ਉਹਨਾਂ ਨੂੰ ਫੋਨ ਦਿੱਤਾ ਜਾਊਗਾ ਤਾਂ ਉਹ ਮਾਂ-ਬਾਪ ਨਾਲ ਕੰਟੈਕਟ ਕਰਨਗੇ। ਨਾ ਤਾਂ ਉਹ ਮਾਂ-ਬਾਪ ਨਾਲ ਕੰਟੈਕਟ ਹੋ ਰਿਹਾ, ਨਾ ਉਹਨਾਂ ਦਾ ਕੋਈ ਇੱਥੇ ਹੋਰ ਰਿਸ਼ਤੇਦਾਰ, ਫੈਮਿਲੀ, ਨਾ ਕੋਈ ਗੱਲ ਨਾ ਕੋਈ ਬਾਤ। ਇੱਕ ਘਰ ਦੇ ਵਿੱਚ ਇੱਕ ਕਮਰੇ ਦੇ ਵਿੱਚ ਉਹ ਬੰਦ ਹੋ ਕੇ ਰਹਿ ਗਈਆਂ ਤੇ ਚਾਹ ਬਣਾ ਲਈ, ਰੋਟੀ ਬਣਾ ਲਈ ਤੋਂ ਸਿਵਾਏ ਕੁਛ ਨਹੀਂ। ਅਤਿਆਚਾਰ ਰੱਜ ਕੇ ਹੋ ਰਿਹਾ। ਦੇਖੋ ਬਾਹਰ ਜਿਹੜਾ ਜਾਣ ਦਾ ਮਸਲਾ ਨਾ, ਹਰ ਇੱਕ ਦੇ ਬੱਸ ਦੀ ਗੱਲ ਨਹੀਂ ਹੈਗੀ। ਤੇ ਮੈਨੂੰ ਨਹੀਂ ਲੱਗਦਾ ਵੀ ਜੇ ਇੰਨੀ ਕੁ ਖੁੱਲ੍ਹ ਹੋ ਜਾਂਦੀ ਤੇ ਲੜਕੀਆਂ ਨਾ ਪੁਲਿਸ ਕੋ ਜਾਣਗੇ। ਪਰ ਪ੍ਰੋਬਲਮ ਇਹ ਆ ਵੀ ਉਹਨਾਂ ਨੂੰ ਤਾਂ ਘਰੋਂ ਗੱਡੀ 'ਚ ਜੇ ਲਿਜਾਣਾ ਵੀ, ਕਿਤੇ ਘਰੋਂ ਗੱਡੀ 'ਚ ਬਿਠਾ ਲਿਆ, ਬਾਹਰ ਲਿਜਾ ਕੇ ਘੁਮਾ ਕੇ ਲੈਣ ਦਾ, ਫਿਰ ਉਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਹੋਣਾ ਮੇਰਾ ਖਿਆਲ ਕਈਆਂ ਨੂੰ ਵੀ ਇੱਥੇ ਪੁਲਿਸ ਸਟੇਸ਼ਨ ਹੈ ਕਿੱਥੇ, ਜਾਂ ਅਸੀਂ ਕਿਸ ਤਰੀਕੇ ਦੇ ਨਾਲ ਇਹਦੇ ਉੱਤੇ ਕਾਰਵਾਈ ਕਰਦੇ ਹਾਂ। ਜਿਹੜਾ ਬੰਦਾ ਨਵਾਂ ਆਉਂਦਾ ਉਹਦੇ ਲਈ ਬਹੁਤ ਬੜੀਆਂ ਮੁਸ਼ਕਲਾਂ ਬਣ ਜਾਂਦੀਆਂ ਜੀ। ਹੂੰ ਹੂੰ ਇਸ ਕਰਕੇ ਮੈਨੂੰ ਲੱਗਦਾ ਵੀ ਇੰਨਾ ਆਸਾਨ ਕੰਮ ਨਹੀਂ ਹੈਗਾ ਜਿੰਨਾ ਆਪਾਂ ਸੋਚਦੇ ਹਾਂ, ਖਾਸ ਕਰਕੇ ਨਵੀਂ ਲੜਕੀ ਲਈ। ਤੇ ਪਰ ਦੇਖੋ ਬਾਬਾ ਮਿਹਰ ਕਰੇ ਜੀ, ਕਿਸੇ ਤਰੀਕੇ ਨਾਲ ਇਹ ਜਿਹੜੇ ਮਸਲੇ ਆ ਨਾ, ਇਹ ਉੱਭਰਨ ਦੀ ਬਜਾਏ ਠੱਪੇ ਜਾਣ। ਇਹ ਕਰੋਨਾ ਨਾਲ ਵੀ ਭੈੜੇ ਆ ਜੀ ਮਸਲੇ। ਹੂੰ। ਇਹ ਤਾਂ ਮੈਂ ਕਹਿੰਦਾ ਸਾਡੀ ਕੌਮ ਨੂੰ ਇਹ ਵੀ ਇੱਕ ਕਰੋਨਾ ਹੀ ਆ ਜੀ, ਜਿਹੜਾ ਇਹ ਅਤਿਆਚਾਰ ਹੋਣਾ ਜਾਂ ਕਿਸੇ ਲੜਕੀ ਨੂੰ ਤੰਗ ਕਰਨਾ, ਪਰੇਸ਼ਾਨ ਕਰਨਾ, ਹਨਾ, ਉੱਥੋਂ ਲੈ ਆਉਣਾ ਬੜੇ ਤਰੀਕੇ ਦੇ ਨਾਲ, ਪੈਸੇ ਵੀ ਲੈ ਲੈਣੇ। ਅੱਜ ਕੱਲ੍ਹ ਸੌਦੇ ਹੁੰਦੇ ਜੀ। ਨਹੀਂ ਉਹ ਤਾਂ ਰਣਜੀਤ ਕੌਰ ਜੀ ਦੇਖੋ, ਹੁਣ ਆਪਾਂ ਗੱਲਬਾਤ ਕਰਦੇ ਹਾਂ। ਜੇ ਤਾਂ ਲੜਕੀ ਕੋ ਮੋਬਾਈਲ ਹੋਊਗਾ ਸਾਡਾ, ਜਾਂ ਮੈਸੇਜ ਸੁਣ ਲੂਗੀ 112 ਤੇ ਕਾਲ ਕਰ ਦੇਵੇ। ਜਿਹਦੇ ਕੋਲ ਨਾ ਮੈਸੇਜ ਆ, ਮਾਂ-ਬਾਪ ਨੂੰ ਵੀ ਪਤਾ ਨਹੀਂ ਵੀ ਸਾਡੀ ਲੜਕੀ ਜਿਉਂਦੀ ਆ ਮਰ ਗਈ ਆ, ਕੀ ਚੱਕਰ ਆ। ਬਿਲਕੁਲ ਹਰਮਨ, ਸਹੀ ਗੱਲ ਆ। ਬਿਲਕੁਲ। ਪਰ ਮੈਂ ਤਾਂ ਕਹਿੰਦਾ ਜੀ, ਜੇ ਲੜਕੀ ਹਿੰਮਤ ਕਰ ਲੈਂਦੀ ਆ ਨਾ, ਹੋਣਾ ਕੁਛ ਨਹੀਂ, ਕੋਈ ਪ੍ਰੋਬਲਮ ਨਹੀਂ ਪੈਣੀ ਉਹਨਾਂ ਨੂੰ। ਪਰ ਉਹਦੀ ਹਿੰਮਤ ਤੇ ਡਿਪੈਂਡ ਕਰਦਾ ਜੀ। ਤੇ ਹੋਣਾ ਹਣਾ ਕੀ ਹੈ, ਇੱਥੇ ਐਡੀ ਨਹੀਂ ਕੋਈ ਗੱਲ ਪਈ। ਉਹ ਸਮਾਂ ਉਹ ਜਾਊਗੀ ਤਾਂ ਉਹ ਪੁਲਿਸ ਵਾਲੇ ਉਹਦੀ ਮਦਦ ਕਰਨਗੇ, ਉਹਨੂੰ ਕਿਤੇ ਵੱਖਰਾ ਮਕਾਨ ਲੈ ਕੇ ਦੇਣਗੇ। ਉਹਦੀ 100 ਸੇਫਟੀ ਆ, 100 ਗੱਲਬਾਤ ਹੋਊਗੀ। ਕੀ ਕੀਤਾ ਜਾ ਸਕਦਾ ਜੀ। ਸਾਰੇ ਜਿਹੜੇ ਆਪਣੇ ਵਿਚਾਰ ਦੇ, ਮੈਂ ਮੰਜੂ ਜੀ ਗੱਲ ਕਰਦਾ ਸੀ, ਆਪਾਂ ਅਗਲੇ ਐਤਵਾਰ ਜੇ ਹੋ ਸਕਦਾ, ਮੇਰਾ ਵਿਚਾਰ ਹੀ ਆ, ਬਾਕੀ ਸਾਰਿਆਂ ਦੇ ਸਾਥ ਦੇ ਨਾਲ, ਇੱਕ ਵਾਰੀ ਆਪਾਂ ਸਾਰੇ ਜਣੇ ਜ਼ੂਮ ਤੇ ਆਨਲਾਈਨ ਹੋਈਏ ਤੇ ਆਪਣੇ ਆਪਣੇ ਸਾਰੇ ਵਿਚਾਰ ਦਿਓ ਵੀ ਆਪਾਂ ਇਹ ਕੀ ਕਿੱਦਾਂ ਹੱਲ ਹੋ ਸਕਦਾ। ਕਿਉਂਕਿ ਜ਼ਿਆਦਾ ਪ੍ਰੋਬਲਮ ਪਹਿਲਾਂ ਤਾਂ ਲੇਡੀਜ਼ ਦੀ ਹੁੰਦੀ ਸੀ ਜੀ, ਸੱਸ ਨੂੰਹ ਦੀ ਨਹੀਂ ਬਣਦੀ ਜਾਂ ਨਨਾਣ ਭਰਜਾਈ ਦੀ ਨਹੀਂ ਬਣਦੀ। ਹੁਣ ਤਾਂ ਮੁੰਡੇ ਬਹੁਤ ਗਲਤ ਜਿਹਾ ਇਲਜ਼ਾਮ ਲਾਉਣ ਲੱਗ ਪਿਆ। ਤੇ ਆਪਾਂ ਇਸ ਸੰਬੰਧ ਦੇ ਵਿੱਚ ਕਿਸੇ ਦਿਨ ਜ਼ੂਮ ਤੇ ਆਨਲਾਈਨ ਹੋ ਕੇ ਇਸ ਸੰਬੰਧ ਦੇ ਵਿੱਚ ਗੱਲਬਾਤ ਕਰੀਏ। ਤੇ ਜੇ ਗੱਲਬਾਤ ਦੇ ਨਾਲ ਮਸਲਾ ਜੇ ਕੋਈ ਹੱਲ ਹੋ ਸਕਦਾ ਹੋਵੇ, ਜਾਂ ਆਪਾਂ ਇੰਡੀਆ ਤੋਂ ਕਿੱਦਾਂ ਹੱਲ ਕਰਵਾ ਸਕਦੇ ਹਾਂ, ਜਾਂ ਆਪਾਂ ਇੱਥੋਂ ਕਿੱਦਾਂ ਕਰਵਾ ਸਕਦੇ ਹਾਂ। ਕਿਉਂਕਿ ਜਦੋਂ ਸਾਰਿਆਂ ਦੀ ਗੱਲਬਾਤ ਹੁੰਦੀ ਆ, ਫਿਰ ਕਈ ਗੱਲਾਂ ਜੀ ਸਾਹਮਣੇ ਆ ਜਾਂਦੀਆਂ। ਮੈਂ ਐਡਰੈਸ ਦਿਆਂ ਜੀ ਰਣਜੀਤ ਕੌਰ ਜੀ, ਕੀ ਮੈਂ ਸਮਝਿਆ ਨਹੀਂ ਤੁਹਾਡੀ ਗੱਲ, ਕਿੱਦਾਂ ਤੁਸੀਂ ਲਿਖਿਆ। ਮੈਂ ਐਡਰੈਸ ਦੇ ਦਾਂ ਜੀ ਤੁਹਾਨੂੰ, ਜਿਨ੍ਹਾਂ ਦੇ ਘਰ 'ਚ ਪ੍ਰੋਬਲਮ ਆ, ਜਾਂ ਤੁਸੀਂ, ਮੈਂ ਸਮਝਿਆ ਨਹੀਂ ਕੀ ਤੁਸੀਂ ਕਹਿੰਦੇ ਆ।
ਹਾਂ ਠੀਕ ਆ ਠੀਕ ਆ ਠੀਕ ਆ, ਬਿਲਕੁਲ ਆ ਮੰਜੂ ਭੱਟੀ ਜੀ ਨੇ ਵੀ ਇਹੀ ਗੱਲ ਪੁੱਛਿਆ। ਹਾਂਜੀ ਹਾਂ ਓਕੇ ਜੀ, ਮੈਂ ਅਨੀਤਾ ਨੂੰ ਕਹਿ ਦਿੰਦਾ ਜੀ, ਅਨੀਤਾ ਦੇ ਕੋਲ ਹੈਗਾ ਇੱਕ ਐਡਰੈਸ, ਅਨੀਤਾ ਨੂੰ ਆਪਾਂ ਕਹਿੰਦੇ ਆ, ਅਨੀਤਾ ਗੱਲ ਕਰਕੇ ਦੇਖੇ। ਹਾਂਜੀ ਅਨੀਤਾ ਸਾਡੇ ਸਾਰੇ ਕਮੈਂਟ ਸਹੀ ਚੱਲ ਰਿਹਾ ਪੁੱਤੂ, ਸਾਡੇ ਕੋਈ ਪ੍ਰੋਬਲਮ ਨਹੀਂ। ਅਨੀਤਾ ਇਹ ਆਪਣੇ ਰਣਜੀਤ ਕੌਰ ਜੀ ਤੇ ਮੰਜੂ ਭੱਟੀ ਜੀ ਕਹਿੰਦੇ ਆ ਵੀ ਤੁਸੀਂ ਸਾਨੂੰ ਜਿਹੜੇ ਘਰ ਦਾ ਪ੍ਰੋਬਲਮ ਹੈਗੀ ਉਹਨਾਂ ਦਾ ਐਡਰੈਸ ਦਿਓ, ਅਸੀਂ ਉੱਥੇ ਗੱਲ ਕਰਕੇ ਦੇਖਦੇ ਹਾਂ। ਤੇ ਤੁਸੀਂ ਹੋ ਸਕਦਾ ਕੋਈ ਵਾਕਫੀਤ ਵਾਲੇ ਹੋਣ ਇਹਨਾਂ ਦੇ, ਤੇ ਕਈ ਵਾਰੀ ਵਾਕਫੀਤ ਵਾਲੇ ਨਾਲ ਵੀ ਮਸਲਾ ਹੱਲ ਹੋ ਜਾਂਦਾ। ਤੇ ਹਾਂਜੀ ਬਿਲਕੁਲ ਮੰਜੂ ਭੱਟੀ ਜੀ, ਆਪਾਂ ਇਹ ਟਰਾਈ ਕਰ ਸਕਦੇ ਹਾਂ, ਕਿਉਂ ਨਹੀਂ। ਤੇ ਮੇਰਾ ਥੋੜਾ ਜਿਹਾ ਇਦਾਂ ਜੀ, ਮੈਂ ਇੱਕ ਘਰ 'ਚ ਜਾਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਮੈਨੂੰ ਮਨਾ ਕਰ ਦਿੱਤਾ। ਉਹ ਮੈਨੂੰ ਪਤਾ ਲੱਗਾ ਵੀ ਉਹ ਕਹਿੰਦੇ ਜੀ ਪ੍ਰੈਸ ਰਿਪੋਰਟਰ ਹੈ, ਇਹ ਕਹੂਗਾ ਇਦਾਂ ਬੋਲ ਦਊਗਾ ਜਾਂ ਲਿਖ ਦਊਗਾ ਜਾਂ ਜੇ ਕਰ ਦਊਗਾ ਉਹ ਕਰ ਦਊਗਾ, ਐਸਾ ਵੈਸਾ ਤੈਸਾ। ਤੇ ਮੈਂ ਉਹਨਾਂ ਨੂੰ ਵਿਸ਼ਵਾਸ ਵੀ ਦਵਾਇਆ ਵੀ ਜਿੰਨੀ ਦੇਰ ਇਦਾਂ ਦੀ ਕੋਈ ਗੱਲ ਨਹੀਂ ਹੁੰਦੀ ਮੈਂ ਇਦਾਂ ਦਾ ਨਹੀਂ ਕਰਦਾ, ਪਰ ਮਜਬੂਰ ਆ ਜੀ ਮੈਂ ਵੀ। ਜੇ ਮੈਨੂੰ ਲੱਗਾ ਵੀ ਉੱਥੇ ਗਲਤ ਹੋ ਰਿਹਾ ਤਾਂ ਮੈਂ ਹੋ ਸਕਦਾ ਇਸ ਸੰਬੰਧ ਦੇ ਵਿੱਚ ਕੁਝ ਲਿਖਾਂ ਜਾਂ ਮੈਂ ਬੋਲ ਵੀ ਦਿਆਂ। ਤੇ ਸ਼ਾਇਦ ਉਹਨਾਂ ਨੂੰ ਇਹ ਗੱਲ ਭਾਫ ਗਏ ਉਹ ਵੀ ਮਸਲਾ ਵਿਗੜ ਵੀ ਸਕਦਾ, ਕਿਉਂਕਿ ਡਰਦਾ ਉਹੀ ਹੁੰਦਾ ਜੀ ਜਿਹੜਾ ਬੰਦਾ ਗਲਤ ਹੋਵੇ। ਮੈਂ ਤੁਹਾਨੂੰ ਇਹ ਗੱਲ ਦੱਸਾਂ, ਜਿਹੜਾ ਬੰਦਾ ਸਹੀ ਹੈ ਨਾ ਉਹ ਇਸ ਗੱਲੋਂ ਨਹੀਂ ਡਰਦਾ ਵੀ ਕੋਈ ਕੌਣ ਆਵੇ ਜਾਂ ਨਾ ਆਵੇ, ਉਹ ਪਹਿਲਾਂ ਹੀ ਉਹ ਪੁੱਛਣ ਲੱਗ ਪਿਆ ਹਾਂਜੀ ਕਿਉਂ ਆਉਣਾ, ਕਿਹੜੀ ਗੱਲ ਕਰਨੀ ਤੁਸੀਂ, ਇਹ ਕਿੱਦਾਂ ਉਹ ਕਿੱਦਾਂ। ਤੇ ਉਸ ਵੇਲੇ ਫਿਰ ਮੈਂ ਉਹਨਾਂ ਨੂੰ ਇਹੀ ਲੱਗਾ ਵੀ ਮੇ ਸਾਡੇ ਆ ਕੇ ਕਿਸੇ ਕਿਸਮ ਦਾ ਸਾਡਾ ਕੋਈ ਸੀਕਰਟ ਪੁਆਇੰਟ ਲਿਜਾ ਕੇ ਤੇ ਟੀਵੀ ਦੇ ਉੱਤੇ ਬੋਲ ਦੇਵੇ ਸ਼ਾਇਦ। ਤੇ ਉਹਨਾਂ ਨੇ ਮੈਨੂੰ ਜਾਣ ਤੋਂ ਮਨਾ ਕਰ ਦਿੱਤਾ। ਜੇ ਤੁਸੀਂ ਪਰਸਨਲ ਤੌਰ ਤੇ ਆਪਣੇ ਤੌਰ ਤੇ ਗੱਲਬਾਤ ਕਰ ਸਕਦੇ ਆ ਤੇ ਤੁਸੀਂ ਕਰੋ। ਤੇ ਬਾਕੀ ਤੁਸੀਂ ਇੱਕ ਵਾਰੀ ਮੇਰੀ ਟਿਕਟੌਕ ਤੇ ਜਾ ਕੇ ਦੇਖੋ ਵੀ ਲੋਕਾਂ ਨੇ ਕਿੰਨੀਆਂ ਮੈਨੂੰ ਗਾਲਾਂ ਕੱਢੀਆਂ ਮੈਂ ਜਦੋਂ ਇਸ ਸਵਾਲ ਨੂੰ ਚੱਕਿਆ। ਤੇ ਬੜੀਆਂ ਲੋਕਾਂ ਨੇ ਪੁੱਠੀਆਂ ਸਿੱਧੀਆਂ ਗੱਲਾਂ ਕੀਤੀਆਂ। ਤੇ ਮੈਨੂੰ ਚਲੋ ਇਸ ਗੱਲ ਦਾ ਦੁੱਖ ਨਹੀਂ ਹੈਗਾ ਜੀ, ਕਿਉਂਕਿ ਜਿਹੜਾ ਬੰਦਾ ਗਲਤ ਹੈ ਨਾ ਉਹਨੂੰ ਤੁਸੀਂ ਗੁਰਬਾਣੀ ਦੇ ਵਿੱਚ ਵੀ ਆਉਂਦਾ ਮੂਰਖ ਨਾਲ ਨਾ ਲੁੱਝੀਏ, ਉਹਨਾਂ ਦੇ ਨਾਲ ਅਸੀਂ ਲੁੱਝਣਾ ਨਹੀਂ ਹੈਗਾ। ਸਾਡਾ ਮਕਸਦ ਇਹ ਨਹੀਂ ਹੈਗਾ, ਸਾਡਾ ਮਕਸਦ ਇਹ ਆ ਵੀ ਕਿਸੇ ਦੀ ਧੀ ਭੈਣ ਚਾਹੇ ਉਹ ਕਿਸੇ ਵੀ ਤਰੀਕੇ ਨਾਲ ਆ ਉਹ ਦੁਖੀ ਨਾ ਹੋਵੇ। ਤੇ ਕਿਉਂਕਿ ਸਾਡੇ ਘਰਾਂ ਦੇ ਵਿੱਚ ਵੀ ਧੀਆਂ ਹੈਗੀਆਂ, ਜਿਹੜੇ ਦੁਖੀ ਕਰਦੇ ਉਹਨਾਂ ਦੇ ਘਰਾਂ 'ਚ ਵੀ ਧੀਆਂ ਭੈਣਾਂ ਕਿਤੇ ਨਾ ਕਿਤੇ ਜ਼ਰੂਰ ਹੈਗੀਆਂ। ਤੇ ਜੇ ਉਹ ਮੈਂ ਇੱਕ ਗੱਲ ਦਾ ਹੋਰ ਬੜਾ ਹੈਗਾ ਜੀ ਮੈਨੂੰ ਵੀ ਹਰ ਬੱਚੀ ਤੁਹਾਡੇ ਜਦੋਂ ਆਉਂਦੀ ਹੈ ਤੁਹਾਡੇ ਘਰ ਦੇ ਵਿੱਚ, ਰਿੱਕੀ ਬਖਸ਼ੀ ਸਤਿ ਸ਼੍ਰੀ ਅਕਾਲ, ਉਹ ਜ਼ਰੂਰੀ ਨਹੀਂ ਵੀ ਉਹ ਜੋ ਚੀਜ਼ਾਂ ਤੁਸੀਂ ਜਿਹੜੇ ਸ਼ੌਕ ਨਾਲ ਖਾਂਦੇ ਆ ਉਹ ਉੱਦਾਂ ਦੀਆਂ ਉਹ ਬਣਾ ਦੇਵੇ। ਉਹਨਾਂ ਨੂੰ ਉਸ ਤਰੀਕੇ ਨਾਲ ਸਮਝਾ ਕੇ ਸਿਖਾ ਕੇ ਸਾਰਾ ਕੁਝ ਕੀਤਾ ਜਾ ਸਕਦਾ। ਤੇ ਬੈਟਰ ਇਹੀ ਆ ਵੀ ਉਹਨਾਂ ਨੂੰ ਜੇ ਆਪਾਂ ਸਾਰੀ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰੀਏ ਤਾਂ ਮੈਨੂੰ ਲੱਗਦਾ ਕੋਈ ਮਸਲਾ ਹੱਲ ਨਾ ਹੋਵੇ। ਤੇ ਪਰ ਲੋਕੀ ਕਈ ਇਸ ਚੀਜ਼ ਨੂੰ ਲੈ ਕੇ ਬੜੇ ਪਰੇਸ਼ਾਨ ਆ, ਤੇ ਜ਼ਿਆਦਾ ਮੈਨੂੰ ਦੁੱਖ ਇਸ ਵੇਲੇ ਮੁੰਡਿਆਂ ਤੋਂ ਆ। ਹੈਗਾ ਹੈਗਾ ਜੀ ਹੈਗਾ, ਰਣਜੀਤ ਕੌਰ ਜੀ ਹੈਗਾ। ਹੈ ਜੀ ਹੈ ਗੈਂਟ ਦੇ ਵਿੱਚ, ਉਹ ਜਿਹੜਾ ਗੈਂਟ ਵਾਲਾ ਜੀ ਮਸਲਾ ਉਹ ਮੁੰਡਾ ਕੁੜੀ ਨੂੰ ਪਰੇਸ਼ਾਨ ਕਰ ਰਿਹਾ। ਤੇ ਉਹ ਪਤਾ ਲੱਗਾ ਮੈਨੂੰ ਵੀ ਉਹ ਪਿੱਛੇ ਉਹਦੀ ਮਦਰ ਦਾ ਥੋੜਾ ਜਿਹਾ ਸਾਥ ਹੈਗਾ ਉਹ ਮੁੰਡੇ ਨੂੰ। ਤੇ ਉਹ ਜਿਹੜਾ ਉਹਦੇ ਤੇ ਇਲਜ਼ਾਮ ਲਾਇਆ ਜਾ ਰਿਹਾ ਜੀ ਉਹ ਮਤਲਬ ਮੈਂ ਇੱਥੇ ਦੱਸ ਨਹੀਂ ਸਕਦਾ। ਤੇ ਉਹ ਇਲਜ਼ਾਮ ਜਿਹੜਾ ਆ ਉਹ ਬਹੁਤ ਰਿਸਕੀ ਜਿਹਾ ਹੈਗਾ, ਉਹ ਕਿਸੇ ਵੇਲੇ ਵੀ ਉਹ ਕਈ ਵਾਰੀ ਇਦਾਂ ਦੇ ਜਿਹੜੇ ਮਸਲੇ ਹੁੰਦੇ ਆ ਨਾ ਉਹ ਖੁਦਕੁਸ਼ੀ ਤੱਕ ਪਹੁੰਚ ਜਾਂਦੇ ਆ। ਤੇ ਇਸ ਕਰਕੇ ਆਪਾਂ ਨਹੀਂ ਚਾਹੁੰਦੇ ਵੀ ਕਿਸੇ ਦੀ ਧੀ ਕਿਸੇ ਦੀ ਭੈਣ ਕਿਸੇ ਦੀ ਭਤੀਜੀ ਕਿਸੇ ਦੀ ਪੋਤੀ ਕਿਸੇ ਦੀ ਦੋਹਤੀ ਕੋਈ ਇਦਾਂ ਦਾ ਮਸਲਾ ਨੂੰ ਲੈ ਕੇ ਦਿਮਾਗ ਦੇ ਵਿੱਚ ਟੈਨਸ਼ਨ ਲੈ ਕੇ ਤੇ ਆਪਣੀ ਜ਼ਿੰਦਗੀ ਗਵਾ ਲਵੇ, ਔਰ ਉਹਦੇ ਨਾਲ ਫਿਰ ਨੁਕਸਾਨ ਦੋਹਾਂ ਘਰਾਂ ਨੂੰ ਹੀ ਹੁੰਦਾ ਜੀ। ਤੇ ਫਿਰ ਤੁਸੀਂ ਹੁਣ ਦੇਖਿਆ ਹੀ ਆ ਪਿਛਲੇ ਦਿਨੀ ਇੱਕ ਬੰਦੇ ਨੂੰ 25 ਸਾਲ ਦੀ 20 ਸਾਲ ਦੀ ਸਜ਼ਾ ਹੋ ਗਈ ਆ। ਤੇ ਬਾਅਦ ਵਿੱਚ ਫਿਰ ਇਹ ਜਿਹੜੇ ਮਸਲੇ ਆ ਫਿਰ ਬਹੁਤ ਦੂਰ ਤੱਕ ਚੱਲ ਜਾਂਦੇ ਆ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜਸਵੀਰ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਮਸਲਾ ਸੀਰੀਅਸ ਹੋ ਜਾਂਦਾ ਜੀ, ਮੈਂ ਕੁਝ ਹੋਰ ਤਰ੍ਹਾਂ ਦਾ ਲੈ ਕੇ ਆਉਣਾ ਪਰ ਇੱਥੇ ਹਮੇਸ਼ਾ ਮਸਲਾ ਸੀਰੀਅਸ ਹੋ ਜਾਂਦਾ, ਖਾਸ ਕਰਕੇ ਲੜਕਿਆਂ ਦੇ ਮਾਮਲੇ ਦੇ ਵਿੱਚ। ਤੇ ਪਰ ਚਲੋ ਖੈਰ ਬਾਬਾ ਮਿਹਰ ਕਰੇ ਜੀ, ਸਾਰੀਆਂ ਧੀਆਂ ਭੈਣਾਂ ਆਪਣੇ ਘਰ ਸੁਖੀ ਰਹਿਣ ਜੀ। ਤੇ ਚਲੋ ਇਹ ਮੈਂ ਅਨੀਤਾ ਨੂੰ ਕਹਿਣਾ ਜੀ, ਅਨੀਤਾ ਜਿਹੜੇ ਆ ਉਹ ਰਣਜੀਤ ਕੌਰ ਉਹਨਾਂ ਨੂੰ ਤੇ ਆਪਣੇ ਮੰਜੂ ਭੈਣ ਜੀ ਉਹਨਾਂ ਨੂੰ ਆਪਣੇ ਨੰਬਰ ਦੇ ਦੇਣ, ਜਾਂ ਉਹਨਾਂ ਦੇ ਐਡਰੈਸ ਜਾਂ ਜੋ ਵੀ ਉਹਨਾਂ ਦਾ ਹੈਗਾ ਲੜਕੀ ਵਾਲੇ ਜਿੱਥੇ ਲੜਕੀ ਵਿਆਹੀ ਆ।
ਤੇ ਹੋਰ ਵੀ ਜੇ ਕੋਈ ਸੁਣਦਾ ਤਾਂ ਜੀ ਉਹ ਇਦਾਂ ਹੀ ਇੱਕ ਦੂਜੇ ਨਾਲ ਕੰਟੈਕਟ ਕਰਕੇ ਕੋਸ਼ਿਸ਼ ਕਰੋ ਜੇ ਕੋਈ ਮਸਲੇ ਦਾ ਹੱਲ ਨਿਕਲ ਸਕਦਾ। ਤੇ ਜੇ 4 ਬੰਦੇ, ਮੈਨੂੰ ਨਹੀਂ ਲੱਗਦਾ ਵੀ ਜੇ 4 ਬੰਦੇ ਚੱਜ ਨਾਲ ਬੈਠਣ ਤੇ ਉਹ ਮਸਲੇ ਦਾ ਹੱਲ ਨਾ ਕੱਢ ਸਕਣ। ਮਸਲੇ ਬਹੁਤ ਬੜੇ ਬੜੇ ਹੱਲ ਹੋ ਜਾਂਦੇ ਆ। ਬਾਕੀ ਜੇ ਅਸੀਂ ਇੱਕ ਪਾਸੜੇ ਰਹਿ ਜਾਈਏ ਤੇ ਫਿਰ ਕਈ ਵਾਰੀ ਇਦਾਂ ਹੁੰਦੀ ਹੈ ਜੀ, ਅਸੀਂ ਕਿਸੇ ਦੇ ਘਰ ਮਸਲਾ ਲੈ ਕੇ ਜਾਂਦੇ ਆ ਨਾ ਜੀ ਹੱਲ ਕਰਨ ਵਾਸਤੇ, ਤੇ ਉਹ ਲੜਕੀ ਦੀ ਗੱਲ ਹੀ ਨਹੀਂ ਸੁਣ ਦਿੰਦੇ, ਉਹਨੂੰ ਕਮਰੇ 'ਚ ਇੱਕ ਕਿਸਮ ਦਾ ਬੰਦ ਕਰ ਦਿੰਦੇ ਆ। ਹਾਂਜੀ ਨਹੀਂ, ਲੜਕੀ ਨਹੀਂ ਸਾਹਮਣੇ ਆਊਗੀ ਜੀ, ਫਿਰ ਤੁਹਾਨੂੰ ਕੁਛ ਨਹੀਂ ਪਤਾ ਲੱਗਦਾ ਵੀ ਲੜਕੀ ਦੀ ਤਕਲੀਫ ਕੀ ਆ। ਬਿਲਕੁਲ ਸਾਰੇ ਟਰਾਈ ਕਰਨ ਜੀ, ਤੇ ਹੋ ਸਕਦਾ ਜੇ ਕੋਈ ਇਹ ਹੱਲ ਬਣ ਜਾਵੇ ਪੱਟੀ ਜੀ, ਜੇ ਕੋਈ ਮਸਲਾ ਹੱਲ ਹੋ ਜਾਵੇ ਤਾਂ ਬਹੁਤ ਚੰਗੀ ਗੱਲ ਆ। ਕਿਉਂਕਿ ਸਾਰੇ ਇਹਨਾਂ ਚੀਜ਼ਾਂ ਤੋਂ ਆਪਾਂ ਪੀੜਤ ਨਹੀਂ ਹੋਣਾ ਪਸੰਦ ਕਰਦੇ, ਸਾਰੇ ਆਪਣੀ ਜ਼ਿੰਦਗੀ ਖੁਸ਼ੀ ਖੁਸ਼ੀ ਜੀਣਾ ਚਾਹੁੰਦੇ ਆ। ਤੇ ਇਸ ਕਰਕੇ ਮੈਂ ਇੱਕ ਹੋਰ ਦੇਖਦਾ ਜੀ, ਜਿਹੜੇ ਲੋਕ ਇਹ ਗੱਲ ਕਹਿੰਦੇ ਨਹੀਂ ਜੀ ਲੜਕੀ ਨਾਲ ਨਹੀਂ ਗੱਲ ਕਰ ਸਕਦੇ ਤੁਸੀਂ ਜਾਂ ਇੱਦਾਂ, ਤਾਂ ਉਹਨਾਂ ਦੇ ਅੰਦਰ ਜ਼ਰੂਰ ਕੋਈ ਨਾ ਕੋਈ ਚੋਰ ਹੈਗਾ ਜੀ। ਉਹ ਅਦਰਵਾਈਜ਼ ਕੋਈ ਨਹੀਂ ਰੋਕਦਾ, ਤੇ ਨਾ ਮੈਨੂੰ ਲੱਗਦਾ ਵੀ ਇੱਦਾਂ ਦੀ ਜ਼ਰੂਰਤ ਆ। ਬਹੁਤ ਘਰਾਂ ਦੇ ਵਿੱਚ ਅਸੀਂ ਜਾਂਦੇ ਹਾਂ ਤੇ ਉਹ ਇੱਦਾਂ ਦਾ ਕੋਈ ਮਸਲਾ ਨਹੀਂ ਹੁੰਦਾ। ਉਹੀ ਘਰ ਦੇ ਵਿੱਚ ਪ੍ਰੋਬਲਮ ਹੁੰਦੀ ਆ, ਉਹੀ ਘਰਦਿਆਂ ਨੂੰ ਤਕਲੀਫ ਹੁੰਦੀ ਆ ਲੜਕੀ ਨਾਲ ਗੱਲ ਕਰਨ ਦੀ। ਜਿਹੜੇ ਮਾਂ ਪਏ ਸਹੁਰੇ ਜਾਂ ਸੱਸ ਜਾਂ ਆਦਮੀ ਜਾਂ ਦੇਰ ਜਾਂ ਭਰਜਾਈ ਜਿਹੜਾ ਵੀ ਆ, ਉਹ ਉਸ ਮਸਲੇ ਨੂੰ ਘੜੀਸ ਰਿਹਾ ਤੇ ਉਹੀ ਇਸ ਚੀਜ਼ ਤੇ ਮਨਾਹੀ ਕਰਦੇ ਆ। ਅਦਰਵਾਈਜ਼ ਸਾਰੇ ਜਿਹੜੇ ਆ ਉਹ ਕਹਿੰਦੇ ਆ ਹਾਂ ਜੀ ਠੀਕ ਆ, ਅਸੀਂ ਸੱਚੇ ਆ, ਤੁਸੀਂ ਗੱਲ ਕਰੋ, ਪੁੱਛੋ ਪਿਆ ਗੱਲਾਂ ਹੁੰਦੀਆਂ ਸਾਡੇ ਘਰ ਦੇ ਵਿੱਚ, ਇਹ ਗਲਤ ਆ। ਤੇ ਇਸ ਕਰਕੇ ਮੇਰਾ ਖਿਆਲ ਆ ਵੀ ਜਿਹੜਾ ਇਹ ਗੱਲ ਬੈਠ ਕੇ ਹੱਲ ਕੀਤਾ ਜਾਵੇ ਤਾਂ ਕੋਈ ਕਿਸੇ ਨੂੰ ਇਦਾਂ ਨਹੀਂ ਰਹਿਣਾ ਚਾਹੀਦਾ। ਤੇ ਜੇ ਉਹ ਪੜਦਾ ਰੱਖਦੇ ਤਾਂ ਮਤਲਬ ਗਲਤ ਆ, ਉਹ ਉਹਨਾਂ ਦੇ ਵਿੱਚ ਕੋਈ ਨਾ ਕੋਈ ਗਲਤੀ ਜ਼ਰੂਰ ਆ। ਅਦਰਵਾਈਜ਼ ਪੜਦਾ ਰੱਖਣ ਦੀ ਕੋਈ ਲੋੜ ਨਹੀਂ। ਠੀਕ ਆ ਜੀ। ਅੱਛਾ ਇੱਕ ਦੱਸੋ ਜੀ, ਹੁਣ ਆਪਾਂ ਇਹ ਤਾਂ ਗੱਲ ਇੱਥੇ ਅੱਜ ਖ਼ਤਮ ਕਰ ਦੇਣੀ ਆ, ਅਗਲੇ ਐਤਵਾਰ ਤੱਕ ਫਿਰ ਦੇਖਦੇ ਹਾਂ। ਇੱਕ ਵਾਰੀ ਟਰਾਈ ਕਰਾਂਗੇ ਆਪਾਂ ਜ਼ੂਮ ਤੇ ਆਨਲਾਈਨ ਹੋਣ ਲਈ ਸਾਰੇ। ਤੇ ਜੇ ਕੋਈ ਹੱਲ ਹੋਇਆ ਤੁਸੀਂ ਸਾਰੇ ਜਣੇ ਇਸ ਬਾਰੇ ਸੋਚਿਓ, ਆਪਾਂ ਇਸ ਸੰਬੰਧ ਦੇ ਵਿੱਚ ਗੱਲ ਕਰਾਂਗੇ। ਹਾਂਜੀ ਉਹੀ ਮੈਂ ਕਹਿਣਾ ਜੀ ਰੂਪੀ ਜੀ, ਵੀ ਆਪਾਂ ਇਹ ਕਰੀਏ ਜੇ ਇਦਾਂ ਕੋਈ ਹੱਲ ਹੋ ਜਾਵੇ ਤਾਂ। ਹਾਂਜੀ ਜੇ ਆਪਾਂ ਕੋਈ ਇਦਾਂ ਹੱਲ ਕਰ ਸਕਦੇ ਹੋਈਏ, ਪਰ ਗੱਲ ਇਹ ਹੈ ਨਾ ਜੀ, ਜੇ ਕੋਈ ਮੰਨਣ ਵਾਲਾ ਹੋਵੇ ਫਿਰ ਤਾਂ ਮੈਨੂੰ ਲੱਗਦਾ ਕਿਸੇ ਘਰ 'ਚ ਲੜਾਈ ਹੋਵੇ ਨਾ। ਲੜਾਈ ਤਾਂ ਉੱਥੇ ਹੁੰਦੀ ਜੇ ਕਿਸੇ ਨੇ ਮੰਨਣਾ ਨਹੀਂ। ਇੱਕ ਹੈਂਕੜਬਾਜੀ ਜਿਹੜੀ ਹੈ ਨਾ, ਸਾਨੂੰ ਇਹ ਹੋ ਜਾਂਦੀ ਆ ਵੀ ਅਸੀਂ ਤਾਂ ਇੰਨੇ ਸਾਲਾਂ ਦੇ ਆਏ ਹਾਂ, ਅਸੀਂ ਉਹ ਲੜਕੀ ਕਈ ਚੀਜ਼ਾਂ ਨੂੰ ਨਹੀਂ ਜਲਦੀ ਜਲਦੀ ਫੋਲੋ ਕਰ ਸਕਦੀ। ਮੈਂ ਕਹਿੰਦਾ ਲੜਕੀ ਕੀ ਲੜਕਾ ਵੀ ਨਹੀਂ ਫੋਲੋ ਕਰ ਸਕਦਾ ਇੰਨੀ ਜਲਦੀ ਇੱਥੇ ਦੇ ਕਾਨੂੰਨਾਂ ਨੂੰ ਜਾਂ ਇੱਥੇ ਦੀਆਂ ਗੱਲਾਂ ਬਾਤਾਂ ਨੂੰ। ਤੇ ਉਹ ਮੈਂ ਕਈ ਵਾਰੀ ਇਹ ਚੀਜ਼ ਲੈ ਕੇ ਅਸੀਂ ਜੇ ਉਹਦਾ ਕਲੇਸ਼ ਬਣਾ ਕੇ ਬਹਿ ਜਾਈਏ ਵੀ ਨਹੀਂ ਜੀ ਇਹ ਤਾਂ ਇਦਾਂ, ਇਹਨੂੰ ਆਹ ਨਹੀਂ ਕਰਨਾ ਆਉਂਦਾ, ਇਹ ਇਦਾਂ ਨਹੀਂ ਕਰਦੀ, ਜੁੱਤੀ ਲਾ ਕੇ ਉੱਥੇ ਰੱਖਦੀ, ਆਹ ਨਹੀਂ ਹੁੰਦਾ, ਜੇ ਨਹੀਂ ਹੁੰਦਾ। ਤੇ ਕਮਲਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਭਾਜੀ ਥੈਂਕ ਯੂ ਬਹੁਤ ਬਹੁਤ ਤੁਹਾਡਾ। ਭਾਜੀ ਇੱਕ ਵਿਚਾਰ ਹੈ ਜੀ, ਆਪਣੇ ਕਰਤਾ ਅਸੀਂ ਕੁਛ ਨਹੀਂ ਸਕਦੇ, ਚਲੋ ਇਹੀ ਆ ਵੀ ਜੇ ਕਿਸੇ ਦੀ ਧੀ ਸੁਖੀ ਹੋ ਜਾਵੇ ਤੇ ਕੋਈ ਮਾੜੀ ਗੱਲ ਨਹੀਂ ਹੈਗੀ ਜੀ। ਤੇ ਉਹ ਤਾਂ ਵਿਚਾਰੀਆਂ ਆਪਣੇ ਮਾਂ-ਬਾਪ ਨੂੰ ਛੱਡ ਕੇ ਪਿੱਛੇ ਆ ਗਈਆਂ ਇੱਥੇ, ਤੇ ਸੁਪਨੇ ਉਹਨਾਂ ਦੇ ਬਹੁਤ ਬੜੇ ਸੀ। ਤੇ ਜਦੋਂ ਉਹਨਾਂ ਦੇ ਘਰ ਦੇ ਵਿੱਚ ਕਲੇਸ਼ ਪੈ ਜਾਂਦਾ ਤੇ ਸੁਪਨੇ ਜਦੋਂ ਟੁੱਟਦੇ ਆ ਨਾ ਜੀ, ਫਿਰ ਸਾਰਿਆਂ ਨੂੰ ਦੁੱਖ ਲੱਗਦਾ। ਇੱਕ ਵਾਰੀ ਆਪਾਂ ਜੇ ਆਪਣੇ ਵੱਲ ਝਾਤੀ ਮਾਰ ਕੇ ਦੇਖੀਏ ਜੀ, ਤੇ ਬਾਕੀ ਇਹ ਵੀ ਨਹੀਂ ਕਹਿ ਸਕਦੇ ਵੀ ਹਰ ਲੜਕੀ ਬਾਂਹ ਖੜੀ ਕਰਕੇ ਨਾਅਰਾ ਮਾਰ ਸਕਦੀ ਆ। ਬਹੁਤ ਵਿਚਾਰੀਆਂ ਇਦਾਂ ਦੀਆਂ ਜਿਹੜੀਆਂ ਨਾਅਰਾ ਵੀ ਨਹੀਂ ਮਾਰ ਸਕਦੀਆਂ, ਜਾਂ ਉਹਨਾਂ ਦੇ ਉਹ ਨਾਂ ਵੀ ਉੱਥੇ ਚਾਹੁੰਦੀਆਂ ਹੋਣ ਵੀ ਅਸੀਂ ਬਾਹਰ ਆਈਏ। ਮਾਂ-ਬਾਪ ਨੇ ਇੱਕ ਚੰਗੇ ਉਹਨਾਂ ਦੇ ਫਿਊਚਰ ਨੂੰ ਦੇਖ ਕੇ ਉਹਨਾਂ ਦੇ ਵਿਆਹ ਕਰ ਦਿੱਤੇ, ਤੇ ਉਹ ਅੱਜ ਉਹ ਜਿਹੜੀਆਂ ਵਿਚਾਰੀਆਂ ਇੰਨੀਆਂ ਪਰੇਸ਼ਾਨ ਹੋ ਗਈਆਂ। ਤੇ ਮੈਂ ਬਹੁਤ ਇਦਾਂ ਦੇ ਕੇਸ ਦੇਖਿਆ ਜੀ। ਹਾਂਜੀ ਬਿਲਕੁਲ, ਮੈਂ ਤਾਂ ਇਹ ਗੱਲ ਨਾਲ ਸਹਿਮਤ ਹਾਂ ਮੰਜੂ ਜੀ, ਮੈਂ ਇਸ ਗੱਲ ਨਾਲ ਬਿਲਕੁਲ ਸਹਿਮਤ ਹਾਂ। ਮੈਂ ਤੁਹਾਨੂੰ ਦੱਸਦਾ ਜੀ, ਲੜਕੀਆਂ ਦੀ ਛੱਡੋ, ਅਸੀਂ ਪ੍ਰਾਹੁਣੇ ਲਿਆਂਦੇ ਆ, ਮੈਂ 3 ਮੁੰਡੇ ਲੈ ਕੇ ਆਇਆ ਇੰਡੀਆ ਤੋਂ ਜੀ, ਉਹਨਾਂ ਨੂੰ ਐਡਜਸਟ ਹੋਣ ਨੂੰ ਸਾਲ ਲੱਗ ਗਿਆ ਸੀਗਾ, ਹਨਾ। ਫਿਰ ਇਹ ਇਕੱਲਾ ਲੜਕਿਆਂ ਦਾ ਨਹੀਂ ਜੀ, ਕਿਉਂਕਿ ਅਸੀਂ ਇੱਥੇ ਆਇਆ ਨੂੰ 20 ਸਾਲ ਹੋ ਗਏ। ਉਹ ਜਿਹੜਾ ਬੰਦਾ ਅੱਜ ਆਇਆ ਉਹਦੇ ਤੇ ਕਲਚਰ ਦਾ, ਰਹਿਣ ਸਹਿਣ ਦਾ, ਬਹੁਤ ਚੀਜ਼ਾਂ ਦਾ ਫਰਕ ਹੁੰਦਾ। ਤੇ ਜੇ ਅਸੀਂ ਕਹੀਏ ਵੀ ਨਹੀਂ ਜੀ ਉਹ ਤੁਸੀਂ ਹੁਣੇ ਜਹਾਜ਼ ਚੜ੍ਹਨ ਤੋਂ ਪਹਿਲਾਂ ਹੀ ਸਾਨੂੰ ਇਸ ਚੀਜ਼ ਦਾ ਟੈਸਟ ਦਿਓ ਤੇ ਤੁਸੀਂ ਬਹੁਤ ਸਿਆਣੇ ਆ ਜਾਂ ਤੁਸੀਂ ਜੇ ਉਹ ਠੀਕ ਹੈ ਨਾ, ਉਹ ਗੱਲ ਨਹੀਂ ਬਣਦੀ। ਅਸੀਂ ਵੀ ਜਿੱਦਣ ਆਏ ਸੀਗੇ ਸਾਨੂੰ ਵੀ ਬਹੁਤੀਆਂ ਚੀਜ਼ਾਂ ਦਾ ਨਹੀਂ ਪਤਾ ਸੀ, ਸਾਨੂੰ ਖੁਦ ਨੂੰ ਨਹੀਂ ਸੀ ਪਤਾ, ਹਨਾ। ਤੇ ਥੈਂਕ ਯੂ ਭਾਜੀ, ਥੈਂਕ ਯੂ ਭਾਜੀ, ਕਮਲਜੀਤ ਭਾਜੀ ਥੈਂਕ ਯੂ।
ਤੇ ਹੋਰ ਕੀ, ਮੈਂ ਖੁਦ ਅਸੀਂ ਬਹੁਤ ਗਲਤੀਆਂ ਕਰਦੇ ਰਹੇ ਜੀ, ਖੁਦ ਇੰਨੀਆਂ ਗਲਤੀਆਂ ਕਰਦੇ ਰਹੇ। ਤੇ ਜਿਹੜੇ ਹੁਣ ਬੱਚੇ ਆਉਂਦੇ ਆ ਉਹਨਾਂ ਨੂੰ ਵੀ ਠੀਕ ਆ, ਉਹ ਪੜ੍ਹੇ ਲਿਖੇ ਆਈਲੈਟ ਕੀਤੀ ਹੋਊਗੀ, ਬਹੁਤ ਕੁਝ ਚੰਗਾ ਹੋਊਗਾ ਉਹਨਾਂ ਦੇ ਵਿੱਚ, ਪਰ ਮਾਹੌਲ ਜਿਹੜਾ ਆ ਉਹ ਉਹਨਾਂ ਦਾ ਇੰਡੀਆ ਦੇ ਮੁਤਾਬਕ ਆ, ਸੋਚਣੀ ਉੱਥੇ ਦੇ ਮੁਤਾਬਕ ਆ। ਇੱਥੇ ਆ ਕੇ ਕਮਰੇ ਦੇ ਵਿੱਚ ਜੇ ਤੁਸੀਂ ਕਿਸੇ ਨੂੰ ਬੰਦ ਕਰ ਦਿੰਦੇ ਆ, ਚਾਹੇ ਨਾਰਮਲ ਵੀ ਪਰਿਵਾਰ ਦੇ ਵਿੱਚ ਹੋਵੇ, ਜਿਹੜਾ ਉੱਥੇ ਬਾਹਰ ਘੁੰਮਣ ਫਿਰਨ ਵਾਲੇ ਲੋਕ ਆ, ਅਸੀਂ ਬਾਹਰ ਗਏ, ਦੁਕਾਨਾਂ ਤੇ ਗਏ, ਗੋਲ ਗੱਪੇ ਖਾਧੇ, ਇਹ ਖਾਧਾ ਉਹ ਖਾਧਾ, ਹੈ ਨਾ, ਖੇਤਾਂ ਬਾਹਰ ਨੂੰ ਗਏ, ਤਾਂ ਉਹ ਸਾਰਾ ਮਸਾਲਾ ਇੱਥੇ ਆ ਕੇ ਜਦੋਂ ਬੰਦ ਹੋ ਜਾਂਦਾ, ਬੰਦੇ ਨੂੰ ਤਾਂ ਕੰਧਾ ਖਾਣ ਲੱਗ ਪੈਂਦੇ ਆ ਜੀ। ਬਿਲਕੁਲ, ਹਾਂਜੀ ਬਿਲਕੁਲ ਮੰਜੂ ਜੀ, ਕਈ ਵਾਰੀ ਬਹੁਤ ਟਾਈਮ ਲੱਗਦਾ ਜੀ, ਹਰ ਇੱਕ ਨਹੀਂ ਇੰਨੀ ਆਸਾਨੀ ਨਾਲ ਐਡਜਸਟਮੈਂਟ ਹੁੰਦੀ। ਤੇ ਹਾਂਜੀ ਬਹੁਤ ਡਿਫਰੈਂਟ ਆ ਜੀ, ਬਹੁਤ ਬਹੁਤ ਫਰਕ ਆ, ਟਾਈਮ ਲੱਗਦਾ ਜੀ ਬਹੁਤ। ਚਲੋ ਬਾਬਾ ਮਿਹਰ ਕਰੇ ਜੀ। ਅੱਛਾ, ਇੱਕ ਭਲਕੇ ਕਿਹਨੂੰ ਕਹਿੰਦੇ ਆ ਜੀ? ਬਿਲਕੁਲ ਜੀ ਬਿਲਕੁਲ ਰਵੀ ਜੀ, ਬਿਲਕੁਲ ਇਹ ਗੱਲ ਸਹੀ ਆ। ਮੈਂ ਰਵੀ ਜੀ, ਰੂਪੀ ਜੀ, ਸਾਰਾ ਕੁਛ ਹਾਂਜੀ ਟਮਾਰੋ ਕਹਿੰਦੇ, ਤੇ ਇਹ ਗੱਲ ਬਿਲਕੁਲ ਤੁਹਾਡੀ ਰੂਪੀ ਸਹੀ ਆ, ਟਾਈਮ ਤਾਂ ਲੱਗਦਾ ਬਹੁਤ ਜ਼ਰੂਰੀ। ਪਰ ਪ੍ਰੋਬਲਮ ਇਹ ਆ ਨਾ ਵੀ ਜਦੋਂ ਮੰਨ ਲਓ ਇੱਕ ਲੜਕੀ ਆਉਂਦੀ ਆ, ਲੜਕਾ ਇੱਥੇ ਇਕੱਲਾ ਹੀ ਰਹਿੰਦਾ ਪੱਕਾ ਆ ਨਾ, ਉਸ ਵੇਲੇ ਦਾ ਮਾਹੌਲ, ਤੇ ਜਦੋਂ ਲੜਕਾ ਇੱਥੇ ਪੈਦਾ ਹੋਇਆ, ਉਹਦੇ ਮੰਮੀ ਡੈਡੀ ਇੱਥੇ ਆ, ਉਸ ਮਾਹੌਲ ਦਾ ਦੋਹਾਂ ਜ਼ਮੀਨ ਅਸਮਾਨ ਦਾ ਫਰਕ ਹੈ। ਇੱਕ ਲੜਕਾ ਆਉਂਦਾ ਜੀ ਅੱਜ ਤੋਂ 5 ਸਾਲ ਪਹਿਲਾਂ, ਉਹ ਆ ਕੇ ਇੱਥੇ ਅਪਲਾਈ ਕਰਦਾ, ਕਿਸੇ ਤਰੀਕੇ ਉਹਦੇ ਵਧੀਆ ਪੇਪਰ ਬਣ ਜਾਂਦੇ, ਉਹ ਇੰਡੀਆ ਜਾ ਕੇ ਵਿਆਹ ਕਰਾਉਂਦਾ, ਜਦੋਂ ਉਹ ਲੜਕੀ ਇੱਥੇ ਲੈ ਕੇ ਆਉਂਦਾ, ਉਹ ਮਾਹੌਲ ਤੇ ਜਿਹੜਾ ਬੱਚਾ ਇੱਥੇ ਪੈਦਾ ਹੋਇਆ, ਉਸ ਮਾਹੌਲ ਦਾ ਬਹੁਤ ਫਰਕ ਆ, ਹੈ ਨਾ। ਜੇ ਮੈਂ ਹੁਣ ਆਪਣੀ ਗੱਲ ਕਰਾਂ, ਮੈਨੂੰ 27 ਸਾਲ ਹੋ ਚੱਲੇ ਆ ਜੀ ਇੱਥੇ ਆਏ ਨੂੰ, ਤੇ 27 ਸਾਲ ਦੇ ਵਿੱਚ ਹੁਣ ਮੈਂ ਜਦੋਂ ਇੰਡੀਆ ਜਾਂਦਾ, ਮੇਰਾ ਹੀ ਉਹ ਘਰ ਆ, ਸਾਰਾ ਕੁਝ ਉੱਥੇ ਸੇਮ ਆ ਜਿਹੜਾ ਮੈਂ ਛੱਡ ਕੇ ਆਇਆ ਸੀ। ਕੁਝ ਚੀਜ਼ਾਂ ਦੇ ਵਿੱਚ ਤਬਦੀਲੀ ਆਈ, ਸਭ ਕੁਝ ਉਹੀ ਆ, ਪਰ ਉੱਥੇ ਜਾ ਕੇ ਹੁਣ ਦੀ ਤਰੀਕ ਦੇ ਵਿੱਚ ਸਾਨੂੰ ਥੋੜਾ ਜਿਹਾ ਅਜੀਬ ਲੱਗਦਾ। ਉੱਥੇ ਹੀ ਸਾਰਾ ਕੁਝ ਅਸੀਂ ਰਹੇ ਆ, ਸਾਰਾ ਕੁਝ ਉੱਥੇ ਆ। ਹੁਣ ਉਹ ਉੱਥੇ ਵੀ ਕਈ ਚੀਜ਼ਾਂ ਸਾਨੂੰ ਇੱਦਾਂ ਲੱਗਦੀਆਂ ਯਾਰ ਨਹੀਂ ਇਹ ਠੀਕ ਨਹੀਂ ਜਾਂ ਇੱਦਾਂ ਨਹੀਂ, ਤੇ ਜਿਹੜਾ ਬੰਦਾ ਉੱਥੋਂ ਇੱਥੇ ਆਉਂਦਾ, ਉਹਦੇ ਲਈ ਜੇ ਆਪਾਂ ਕਹੀਏ ਤਾਂ ਫਿਰ ਬਹੁਤ ਬਹੁਤ ਮੁਸ਼ਕਲਾਂ ਉਹਦੇ ਲਈ ਬਣ ਜਾਂਦੀਆਂ ਜੀ। ਬਿਲਕੁਲ ਜੀ, ਦਿਨ ਰਾਤ ਦਾ ਫਰਕ ਆ, ਬਿਲਕੁਲ ਰਵੀ ਜੀ, ਦਿਨ ਰਾਤ ਦਾ ਫਰਕ ਆ। ਤੇ ਮੈਂ ਪੁੱਛਿਆ ਸੀ ਜੀ ਭਲਕੇ ਭਲਕੇ ਦਾ, ਮੈਂ ਆਪਣੇ ਰਣਜੀਤ ਕੌਰ ਉਹਨਾਂ ਨੇ ਜਵਾਬ ਦਿੱਤਾ ਜੀ ਕੱਲ, ਠੀਕ ਹੈ ਜੀ। ਤੇ ਬਰਕਤਾਂ ਕਿਹਨੂੰ ਕਹਿੰਦੇ ਹੁੰਦੇ ਸੀ, ਤੁਹਾਨੂੰ ਪਤਾ ਜੀ ਕੁਛ? ਬਰਕਤਾਂ ਇੱਕ ਤਾਂ ਹੁੰਦੀਆਂ ਬਰਕਤਾਂ, ਦਾਤੇ ਦੀ ਮਿਹਰ ਹੋਵੇ ਤਾਂ ਬਰਕਤਾਂ ਪੈਂਦੀਆਂ। ਬਰਕਤਾਂ ਪੈ, ਬਰਕਤਾਂ ਕਹਿੰਦੇ ਆ ਜੀ, ਆ ਸਾਡੇ ਤਾਂ ਪ੍ਰਮਾਤਮਾ ਦੀ ਮਿਹਰ ਹੋਈ ਬਰਕਤਾਂ ਪੈ ਗਈਆਂ, ਉਹ ਬਰਕਤਾਂ ਨਹੀਂ, ਇੱਕ ਬਰਕਤਾਂ ਹੁੰਦਾ। ਦੱਸੋ ਕੀ ਹੁੰਦਾ ਜੀ ਬਰਕਤਾਂ? ਨਹੀਂ, ਅਮੀਰੀ ਵਧਣੀ ਤਾਂ ਉਹ ਬਰਕਤਾਂ ਪੈ ਗਈਆਂ ਜੀ, ਉਹ ਬਰਕਤਾਂ ਹੋਰ ਹੁੰਦੀਆਂ, ਇੱਕ ਬਰਕਤਾਂ ਕਹਿੰਦੇ ਆ ਜੀ। ਇਹ ਅਮੀਰੀ ਵਾਲਾ ਨਹੀਂ ਜੀ ਰਣਜੀਤ ਕੌਰ ਜੀ। ਦੱਸੋ ਕੀ ਹੁੰਦਾ ਜੀ? ਇੱਕ ਦੋ ਚੀਜ਼ਾਂ ਪੁੱਛ ਰਿਹਾ ਜੀ, ਇੱਕ ਅਟੇਰਨਾ ਕੀ ਹੁੰਦਾ? ਅਟੇਰਨਾ, ਅਟੇਰਨਾ ਕਿਸ ਕੰਮ ਆਉਂਦਾ? ਅਟੇਰਨਾ। ਪਰਮਜੀਤ ਕੌਰ ਭੈਣ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਤੁਸੀਂ ਅੱਜ ਲੇਟ ਬਹੁਤ ਹੋ ਗਏ। ਮੈਂ ਕਿਹਾ ਭੈਣ ਜੀ ਤੁਸੀਂ ਸੋਚਦੇ ਹੋਣੇ ਆ ਭੋਗਲ ਨਾ ਪੰਜਾਬੀ ਹੈਗਾ ਆ, ਇਹ ਪੰਜਾਬੀਆਂ ਵਾਲੇ 5 ਵਜਦੇ ਹੋਣੇ, ਇਹਦੇ ਥੋੜਾ ਜਿਹਾ ਕੋਈ ਨਹੀਂ ਤਸੱਲੀ ਨਾਲ ਚੱਲਦੇ ਆ, ਹਨਾ। ਬਰਕਤਾਂ ਕੀ ਹੁੰਦਾ ਜੀ? ਬਰਕਤਾਂ, ਬਰਕਤਾਂ ਕੀ ਹੁੰਦਾ ਜੀ? ਤੇ ਅਟੇਰਨਾ ਕੀ ਹੁੰਦਾ? ਅਟੇਰਨੇ ਦੇ ਵਿੱਚ ਕਿਹੜੀ ਕਿਹੜੀ ਕੀ ਕਰਨ ਲਈ ਆਉਂਦਾ ਜੀ?
ਹਾਂ ਬਿਲਕੁਲ ਬਿਲਕੁਲ ਜੀ ਮੰਜੂ ਪੱਟੀ ਜੀ, ਤੁਹਾਡਾ ਜਿਹੜਾ ਜਵਾਬ ਆ ਬਿਲਕੁਲ ਸਹੀ ਆ। ਇਹ ਚਰਖੇ ਦੀਆਂ ਪੂਣੀਆਂ ਦੇ ਕੰਮ ਇਹਦੇ ਵਿੱਚ ਆਉਂਦਾ ਜੀ, ਬਿਲਕੁਲ ਸਹੀ ਗੱਲ ਆ। ਸਤਿ ਸ਼੍ਰੀ ਅਕਾਲ ਕੁਲਵਿੰਦਰ ਕੌਰ ਜੀ। ਕੁਲਵਿੰਦਰ ਕੌਰ ਜੀ ਤੁਸੀਂ ਲੇਟ ਬਹੁਤ ਹੋ ਗਏ। ਇਹ ਬਿਲਕੁਲ ਜੀ, ਉਹ ਇਦਾਂ ਇਹਨੂੰ ਫੜ ਕੇ ਹੱਥ ਦੇ ਵਿੱਚ ਤੇ ਧਾਗਾ ਐ ਕਰਕੇ ਨਾ ਕਰਦੇ ਹੁੰਦੇ ਸੀ, ਤੇ ਉਹ ਕਈ ਵਾਰੀ ਫਿਰ ਉਹਨੂੰ ਧਾਗੇ ਨੂੰ ਰੰਗਿਆ ਜਾਂਦਾ ਸੀ। ਰੰਗਣ ਤੋਂ ਬਾਅਦ ਉਹ ਇੱਕ ਪਾਸਾ ਇਧਰਲੇ ਗੋਡੇ 'ਚ ਫਸਾ ਕੇ ਇੱਕ ਪਾਸਾ ਦੂਜੇ ਗੋਡੇ 'ਚ ਫਸਾ ਕੇ ਤੇ ਫਿਰ ਉਹਦੇ ਗੋਲੇ ਬਣਾਏ ਜਾਂਦੇ ਸੀ ਧਾਗੇ ਦੇ। ਇਦਾਂ ਹੀ ਸੀ ਜੀ, ਗਲਤ ਤਾਂ ਨਹੀਂ ਮੈਂ? ਅਟੇਰ ਨਾ ਉਹ ਹੋ ਗਿਆ ਜੀ। ਫਿਰ ਬਰਕਤਾਂ ਦਾ ਨਹੀਂ ਹਜੇ ਜੀ ਪਤਾ ਲੱਗਾ। ਬਰਕਤਾਂ ਕਦੀ ਕਿਸੇ ਨੇ ਕਣਕ ਜੋਖੀ ਹੋਵੇ। ਹਾਂ ਠੀਕ ਹੈ ਜੀ, ਠੀਕ ਹੈ ਠੀਕ ਹੈ। ਹਾਂ ਬਰਕਤਾਂ ਕਹਿੰਦੇ ਜੀ, ਮੈਂ ਦੱਸ ਦਿੰਦਾ। ਬਰਕਤਾਂ ਕਹਿੰਦੇ ਇੱਕ ਨੂੰ ਕਹਿੰਦੇ ਸੀ ਬਰਕਤਾਂ ਜੀ। ਤੁਸੀਂ ਦੇਖਿਆ ਹੋਣਾ ਪਹਿਲਾਂ ਨਾ ਜਦੋਂ ਕਣਕ ਜੋਖਦੇ ਹੁੰਦੇ ਸੀ, ਉਦੋਂ 5 ਕਿਲੋ ਦਾ ਬੱਟਾ ਹੁੰਦਾ ਸੀ ਤਾਂ 20 ਵਾਰ ਜੋਖਣੀ ਤਾਂ 1 ਕੁਆਂਟਲ ਹੋ ਜਾਣੀ। 20 50 100। ਤੇ ਜਦੋਂ ਪਹਿਲਾਂ ਉਹ ਪਾਉਂਦੇ ਹੁੰਦੇ ਸੀ ਤਾਂ ਉਹ ਕਹਿੰਦੇ ਹੁੰਦੇ ਸੀ ਬਰਕਤਾਂ। ਫੇਰ ਕਹਿਣਾ ਦੂਆ, ਫੇਰ ਕਹਿਣਾ ਤੀਆ, ਫੇਰ ਕਹਿਣਾ ਚੌਥਾ। ਯਾਦ ਕਿਸੇ ਨੂੰ ਜੀ ਹੈ ਕੁਛ ਯਾਦ ਜੀ? ਰਣਜੀਤ ਕੌਰ ਉਹਨਾਂ ਨੂੰ ਮੇਰੇ ਹਿਸਾਬ ਨਾਲ ਪਤਾ ਹੋਣਾ ਚਾਹੀਦਾ ਸੀ ਜੀ, ਪਰ ਉਹਨਾਂ ਨੇ ਦੱਸਿਆ ਨਹੀਂ ਜਵਾਬ। ਹਾਂਜੀ ਭੈਣ ਜੀ ਉਹਨਾਂ ਨੂੰ ਪਤਾ। ਬਰਕਤਾਂ ਨਹੀਂ ਸੁਣਿਆ ਜੀ, ਠੀਕ ਆ। ਪਰ ਇਹ ਜ਼ਿਆਦਾਤਰ ਜੀ ਇਹ ਬੋਲੀ ਜਿਹੜੀ ਆ ਆਪਣੇ ਪਿੰਡਾਂ ਦੇ ਵਿੱਚ ਜਦੋਂ ਕਣਕ ਲੈਂਦੇ ਆ ਨਾ ਆਪਾਂ ਕਿਸਾਨਾਂ ਦੇ ਕੋਲੋਂ, ਤੇ ਪਹਿਲਾਂ ਤੱਕੜੀਆਂ ਦੂਸਰੀਆਂ ਤੇ ਜੋਖਦੇ ਹੁੰਦੇ ਸੀ, ਜਿਹਦੇ 'ਚ 5 ਕਿਲੋ ਦਾ ਬੱਟਾ ਹੁੰਦਾ ਸੀ ਤੇ ਪੈਰਾਂ ਭਾਰ ਬੈਠਣਾ, ਤੇ ਉਹ ਤੱਕੜੀ ਚੱਕਣ ਵਾਲੀ ਹੁੰਦੀ ਸੀ। ਤੇ ਉਹ ਤੱਕੜੀ ਦੇ ਵਿੱਚ ਇੱਕ ਪਾਸੇ 5 ਕਿਲੋ ਬੱਟੇ ਰੱਖੇ ਹੁੰਦੇ ਸੀ ਜੀ। ਹਾਂਜੀ ਹਾਂਜੀ ਬਸ 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 ਬਸ। ਤੇ ਉਹ ਮੈਂ ਆਪਣੇ ਦੱਸ ਰਿਹਾ ਮੇਰੇ ਭੈਣ ਜੀ ਪਰਮਜੀਤ ਕੌਰ ਹੋਣੀ ਕਹਿੰਦੇ ਸਾਡੇ ਨਾਨਾ ਜੀ ਕਰਦੇ ਸੀ ਇਹ ਤੋਂ ਇਹਦਾ ਜੋਖਦੇ ਹੁੰਦੇ ਸੀ ਜੀ। ਤੇ ਉਹ ਨਾ ਸਟਾਰਟਿੰਗ ਜਿਹੜੀ ਹੁੰਦੀ ਸੀ ਇੱਕ ਨਹੀਂ ਸੀ ਕਹਿੰਦੇ ਹੁੰਦੇ, ਬਰਕਤਾਂ ਕਹਿੰਦੇ ਹੁੰਦੇ ਸੀ। ਤੇ ਮੈਨੂੰ ਅੱਜ ਲੱਗਦਾ ਜੀ, ਜੇ ਮੈਂ ਅੱਜ ਦੀ ਤਰੀਕ ਦੇ ਵਿੱਚ ਸੋਚਦਾ ਤਾਂ ਮੈਨੂੰ ਹੁਣ ਇਦਾਂ ਲੱਗਦਾ ਬਰਕਤਾਂ ਦਾ ਮਤਲਬ ਜਿੱਦਾਂ ਆਪਾਂ ਕਈ ਵਾਰੀ ਦੁਕਾਨ ਇਹ ਨਹੀਂ ਕਹਿੰਦੇ ਵੀ ਬੰਦ ਕਰਨੀ ਆ, ਹੁਣ ਅਸੀਂ 6 ਵਜੇ ਬੰਦ ਕਰ ਦੇਣੀ, ਅਸੀਂ ਕਹਿੰਦੇ ਵਧਾਉਣੀ ਆ। ਤੇ ਮੈਨੂੰ ਲੱਗਦਾ ਉਸ ਵੇਲੇ ਇਹ ਸ਼ਬਦ ਨੂੰ ਇਸ ਕਰਕੇ ਵਰਤਿਆ ਜਾਂਦਾ, ਇਹ ਬਰਕਤਾਂ ਦਾ ਮਤਲਬ ਵੀ ਇਹਦੇ ਵਿੱਚ ਬਰਕਤ ਆਵੇ, ਸ਼ੁਰੂਆਤ ਜਿਹੜੀ ਬਰਕਤ ਤੋਂ ਸ਼ੁਰੂ ਹੋਵੇ। ਮੈਨੂੰ ਹੁਣ ਅੱਜ ਆਹ ਦਿਮਾਗ ਮੇਰੇ ਵਿੱਚ ਗੱਲ ਆਉਂਦੀ ਹੈ, ਜੇ ਆਪਾਂ ਦੁਕਾਨ ਦੇ ਹਿਸਾਬ ਨਾਲ ਦੇਖੀਏ, ਕਿਉਂਕਿ ਆਪਾਂ ਕਦੀ ਵੀ ਨਹੀਂ ਕਹਿੰਦੇ ਦੁਕਾਨ ਬੰਦ ਕਰਨੀ ਆ ਅੱਜ 6 ਵਜੇ, ਆਪਾਂ ਇਹੀ ਕਹਿੰਦੇ 6 ਵਜੇ ਦੁਕਾਨ ਵਧਾਉਣੀ ਆ। ਤੇ ਹੋ ਸਕਦਾ ਇਹ ਉਸ ਵੇਲੇ ਸ਼ਬਦ ਬਰਕਤਾਂ ਵਰਤਿਆ ਗਿਆ ਵੀ ਜਿਹਦਾ ਬਰਕਤ ਦਾ ਮਤਲਬ ਇੱਕ, ਤੇ ਸ਼ੁਰੂਆਤ ਜਿਹੜੀ ਆ ਬਰਕਤ ਦੇ ਨਾਲ ਇਹ ਹੋਵੇ। ਮੈਨੂੰ ਲੱਗਦਾ ਜੀ ਇਹ ਹੋ ਸਕਦਾ ਇਹਦਾ ਮਤਲਬ ਇਹ ਵੀ ਹੋਵੇ, ਹੈ ਨਾ ਜੀ। ਹਾਂ ਦੇਖਿਆ ਮੇਰੇ ਭੈਣ ਜੀ ਕਹਿ ਰਿਹਾ ਸਹੀ ਆ ਇਹ। ਤੇ ਮੈਨੂੰ ਹੁਣ ਕੁਦਰਤੀ ਦਿਮਾਗ ਦੇ ਵਿੱਚ ਮੇਰੇ ਆ ਗਈ ਗੱਲ, ਮੈਨੂੰ ਲੱਗਦਾ ਵੀ ਇਹੀ ਕਾਰਨ ਸੀ ਵੀ ਬਰਕਤਾਂ ਦਾ ਮਤਲਬ ਵੀ ਜਿਹੜੀ ਅਸੀਂ ਅੱਜ ਸ਼ੁਰੂਆਤ ਕਰਨ ਲੱਗੇ ਆ ਇਹਦੇ ਵਿੱਚ ਪਰਮਾਤਮਾ ਕਰੇ ਬਰਕਤਾਂ ਪੈਣ ਤੇ ਇਹ ਇੱਕ ਤੋਂ ਸਵਾਇਆ ਹੋਵੇ ਜੀ। ਤੇ ਮੈਨੂੰ ਲੱਗਦਾ ਤਾਂ ਬਰਕਤਾਂ ਕਹਿੰਦੇ ਸੀ। ਹੋਰ ਕਿਹੜਾ ਸ਼ਬਦ ਤੁਹਾਡੇ ਕੋਲ ਜੀ ਅੱਜ? ਇੱਕ ਇੱਕ ਤੁਸੀਂ ਆਪਣੇ ਕੋਲੋਂ ਦੱਸੋ, ਅਸੀਂ ਉਹਦਾ ਜਵਾਬ ਲੱਭਦੇ ਆਂ। ਸਾਰੇ ਜਣੇ ਇਸ ਵੇਲੇ 12 ਜਣੇ ਆਨਲਾਈਨ ਆ ਜੀ, ਸਾਰੇ ਜਣੇ ਇੱਕ ਇੱਕ ਆਪਣੇ ਕੋਲੋਂ ਸ਼ਬਦ ਲੱਭ ਕੇ ਦਿਓ ਤੇ ਆਪਾਂ ਉਹਦਾ ਸਾਰਿਆਂ ਦੇ ਕੋਲੋਂ ਸਵਾਲ ਪੁੱਛਦੇ ਆਂ। 13 ਜਣੇ ਹੋ ਗਏ ਜੀ ਹੁਣ। ਹਾਂਜੀ ਬਸ ਬਸ ਆ ਦੇਖਿਆ ਰਣਜੀਤ ਕੌਰ ਜੀ, ਮੈਨੂੰ ਵੀ ਇਹੀ ਸ਼ੱਕ ਸੀ
ਔਰ ਤੁਸੀਂ ਬਿਲਕੁਲ ਉਹ ਮੇਰੀ ਸਚਾਈ, ਮੇਰੀ ਉਹ ਜਿਹੜੀ ਸ਼ੱਕ ਸੀ ਉਹਦੇ ਤੇ ਮੋਹਰ ਲਾ ਕੇ ਉਹਨੂੰ ਸਚਾਈ ਤੇ ਬਦਲ ਦਿੱਤਾ। ਬਾਕੀ ਇਹ ਗੱਲ ਸਹੀ ਆ ਵੀ ਤਦੇ ਹੀ ਉਹ ਬਰਕਤਾਂ ਕਹਿੰਦੇ ਸੀ। ਗੜੀਰਨਾ, ਹਾਂਜੀ ਗੜੀਰਨਾ ਕੀ ਹੁੰਦਾ ਜੀ? ਗੜੀਰਨਾ ਮੈਨੂੰ ਪਤਾ, ਬਾਕੀ ਤੁਸੀਂ ਦੱਸੋ ਜੀ। ਇਹ ਮੇਰਾ ਖਿਆਲ ਮੰਜੂ ਜੀ ਦਾ ਸਵਾਲ ਆ, ਗੜੀਰਨਾ। ਹਾਂਜੀ ਮੰਜੂ ਭੱਟੀ ਜੀ ਦਾ ਆ ਗੜੀਰਨਾ। ਗੜੀਰਨਾ ਕੀ ਹੁੰਦਾ ਜੀ? ਬਹੁਤ ਸੌਖੀ ਚੀਜ਼ ਹੈ ਜੀ ਗੜੀਰਨਾ। ਔਰ ਕਿਨੇ ਕਿਨੇ ਚਲਾਇਆ ਜੀ ਇਹ ਵੀ ਦੱਸੋ। ਗੜੀਰਨਾ ਕਿਨੇ ਕਿਨੇ ਚਲਾਇਆ? ਹਾਂਜੀ ਬਿਲਕੁਲ ਸਹੀ ਗੱਲ ਹੈ ਜੀ, ਚੰਗੀ ਗੱਲ ਹੈ ਰਣਜੀਤ ਕੌਰ ਜੀ। ਇਹ ਤਾਂ ਪ੍ਰਮਾਤਮਾ ਨੂੰ ਯਾਦ ਕਰਕੇ ਜਦੋਂ ਵੀ ਅਸੀਂ, ਤੇ ਉਸ ਵੇਲੇ ਕੁਦਰਤੀ ਬਰਕਤ ਰਹਿੰਦੀ ਹੈ ਜੀ। ਰਣਜੀਤ ਕੌਰ ਜੀ ਗੜੀਰ ਨਾ ਦੱਸੋ ਕੀ ਹੁੰਦਾ, ਪਤਾ ਤੁਹਾਨੂੰ? ਤੁਹਾਨੂੰ ਤਾਂ ਪਤਾ ਹੋਣਾ ਚਾਹੀਦਾ ਮੇਰੇ ਹਿਸਾਬ ਨਾਲ। ਹਾਂਜੀ ਬਿਲਕੁਲ ਬਿਲਕੁਲ ਰਣਜੀਤ, ਇਹ ਮੇਰੇ ਭੈਣ ਜੀ ਪਰਮਜੀਤ ਜੀ, ਇਹ ਵੀ ਪਤਾ ਦੱਸ, ਪਤਾ ਦੱਸਣਾ ਨਹੀਂ ਕਹਿੰਦੇ। ਰਛਪਾਲ ਸਿੰਘ ਹੋਣੀ ਕਹਿੰਦੇ ਜੀ ਪਤਾ ਆ ਪਰ ਦੱਸਣਾ ਨਹੀਂ। ਇਹਦਾ ਮਤਲਬ ਰਛਪਾਲ ਜੀ ਤੁਸੀਂ ਚਲਾਇਆ ਹੀ ਨਹੀਂ, ਤੁਹਾਨੂੰ ਫਿਰ ਪਤਾ ਨਹੀਂ, ਝੂਠ ਬੋਲਦੇ ਤੁਸੀਂ। ਹਾਂਜੀ 3 ਟਾਇਰਾਂ ਵਾਲਾ ਕਹਿ ਰਹੀ ਆ ਅਨੀਤਾ, ਕਹਿ ਰਹੀ ਆ 3 ਟਾਇਰਾਂ ਵਾਲਾ। ਕੁੜੀਆਂ ਨੂੰ ਗਟੀਰਨਾ ਕਿਉਂ ਨਹੀਂ ਜੀ? ਨਹੀਂ ਨਹੀਂ ਇਦਾਂ ਦੀ ਤਾਂ ਨਹੀਂ ਕੋਈ, ਨਹੀਂ ਨਹੀਂ ਇਦਾਂ ਨਹੀਂ ਹੋ ਸਕਦਾ ਜੀ। ਕੁੜੀਆਂ ਨੂੰ ਵੀ ਗਟੀਰਨਾ ਦਿੰਦੇ ਆ, ਲੜਕੀਆਂ ਵੀ, ਕਈ ਕੁੜੀਆਂ ਜਿਹੜੀਆਂ ਛੋਟੀਆਂ ਛੋਟੀਆਂ ਆ ਉਹ ਚਲਾਉਣਾ ਸਿੱਖਦੀਆਂ ਜੀ, ਗਟੀਰਨੇ ਦੇ ਨਾਲ ਤੁਰਨਾ ਸਿੱਖਦੀਆਂ। ਹਾਂਜੀ ਬਿਲਕੁਲ ਜਸਵੀਰ ਜੀ ਸਹੀ ਗੱਲ ਆ। ਛੋਟੇ ਬੱਚਿਆਂ ਨੂੰ ਇਹ ਹੁੰਦਾ ਜੀ, ਇੱਕ ਕਹਿ ਲਈਏ 4 ਖੂੰਜਾ ਫਰੇਮ, ਉਹਦੇ ਅਗਲੇ ਦੋਹੀਂ ਪਾਸੇ ਟਾਇਰ ਲੱਗੇ ਹੁੰਦੇ ਤੇ ਉਹਦੇ ਅਗਲੇ ਪਾਸੇ ਇੱਕ ਹੋਰ ਡੰਡਾ ਲਾਇਆ ਹੁੰਦਾ, ਚਾਪਟੀ ਪੱਟੀ ਜਿਹਨੂੰ ਕਹਿ ਸਕਦੇ ਆ, ਉਹਦੇ ਵਿੱਚ ਵੀ ਇੱਕ ਟਾਇਰ ਲਾਇਆ ਹੁੰਦਾ। ਤੇ ਛੋਟੇ ਬੱਚੇ ਜਿਹੜੇ ਆ ਜਿਨ੍ਹਾਂ ਨੇ ਤੁਰਨਾ ਸਿੱਖਣਾ ਹੁੰਦਾ, ਉਹ ਫਿਰ ਲੈ ਕੇ ਨਾ ਉਹਨੂੰ ਤੁਰਦੇ ਆ ਅੱਗੇ। ਕਈ ਵਾਰੀ ਡਿੱਗ ਵੀ ਪੈਂਦੇ ਆ, ਕਈ ਵਾਰੀ ਮੱਥਾ ਮੁੱਥਾ ਵੀ ਬਣਾਉਂਦੇ ਆ, ਪਰ ਫਿਰ ਵੀ ਉਹ ਇਹਦੀ ਮਦਦ ਦੇ ਨਾਲ ਉਹਨੂੰ ਕਹਿੰਦੇ ਅਸੀਂ ਗੜੀਰਨਾ ਜੀ। ਹਾਂ ਮੈਂ ਵੀ ਉਹਦੇ ਨਾਲ ਹੀ ਤੁਰਿਆ ਸਿੱਖਿਆ ਜੀ, ਮੈਂ ਗੜੀਰਨੇ ਨਾਲ ਹੀ ਤੁਰਨਾ ਸਿੱਖਿਆ, ਤੇ ਵਧੀਆ ਚੀਜ਼ ਹੈ ਜੀ ਉਹ। ਤੇ ਹਾਂਜੀ ਉਹ ਤਾਂ ਫਿਰ ਸਾਰੇ ਹੈ ਜੀ, ਇਹ ਤਾਂ ਪਹਿਲਾਂ ਤਾਂ ਇਦਾਂ ਹੀ ਸੀ ਜੀ ਸਾਰੇ ਪਾਸੇ। ਰਣਜੀਤ ਕੌਰ ਜੀ ਤਾਂ ਕੀ ਕੀਤਾ ਜਾ ਸਕਦਾ, ਬਸ ਸਮਝ ਲਓ ਭਈ। ਕਈ ਤਾਂ ਪਾਪਾ ਦੀ ਉਂਗਲੀ ਫੜ ਕੇ ਗੜੀਰਨਾ ਤਾਂ ਦੂਰ ਦੀ, ਪਾਪਾ ਦੀ ਕਈਆਂ ਨੂੰ ਉਂਗਲੀ ਵੀ ਨਸੀਬ ਨਹੀਂ ਹੁੰਦੀ ਜੀ। ਇਹ ਤਾਂ ਕਈ ਵਾਰੀ ਇਦਾਂ ਦੇ ਮਸਲੇ ਵੀ ਹੋ ਜਾਂਦੇ ਆ ਜੀ। ਹਾਂ ਠੀਕ ਆ ਠੀਕ ਆ, ਤੁਹਾਡੇ ਨਾਨਾ ਜੀ ਆਪ ਬਣਾਉਂਦੇ ਆ। ਹਾਂਜੀ ਅੱਜ ਕੱਲ੍ਹ ਉਹ ਵਾਕਰ ਉਹਨੂੰ ਕਹਿੰਦੇ ਆ ਜੀ, ਉਹ ਉਹਦੇ ਵਿੱਚ ਬੈਠ ਜਾਂਦਾ ਬੱਚਾ ਤੇ ਉਹਦੇ ਵਿੱਚ ਤੁਰਦਾ ਜੀ। ਅਸੀਂ ਵੀ, ਮੈਂ ਲਿਆ ਕੇ ਪਿਛਲੇ ਹਫਤੇ ਰੱਖਿਆ, 10 ਕੁ ਦਿਨ ਹੋਏ। ਤੇ ਹੁਣ ਉਹ ਅੱਜ ਕੱਲ੍ਹ ਥੋੜ੍ਹਾ ਜਿਹਾ ਮਾਡਰਨ ਹੋ ਗਿਆ ਜੀ, ਤੇ ਮੈਂ ਉਹਦੇ ਵਿੱਚ ਦੇਖਿਆ। ਹਾਂਜੀ 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 ਜਸਵੀਰ ਜੀ ਬਿਲਕੁਲ। ਤੇ ਉਹਦੇ ਵਿੱਚ ਦੇਖਿਆ ਜੀ, ਉਹ ਪਿੱਛੋਂ ਡੰਡਾ ਲੈ ਜਾਂਦਾ ਤਾਂ ਉਹ ਵੀ ਉਹ ਬਣ ਜਾਂਦਾ ਗਡੀਰ ਨੇ ਵਾਂਗੂ, ਪਰ ਥੋੜਾ ਮਾਡਰਨ ਗਡੀਰ ਨਾ। ਉਹ 4 ਪਹੀਆਂ ਵਾਲਾ, ਸਾਡੇ ਵਾਰੀ 3 ਪਹੀਆਂ ਦਾ ਹੁੰਦਾ ਸੀ। ਤੇ ਉਹ ਅੱਜ ਕੱਲ ਤਾਂ ਚਲੋ ਜੀ ਮਾਡਰਨ ਜ਼ਮਾਨਾ ਆ ਗਿਆ। ਹਾਂਜੀ ਹੋਰ ਇੱਕ ਸਵਾਲ ਲਓ ਜੀ, ਆ ਫਿਰ ਆਪਣਾ ਟਾਈਮ ਹੋ ਜਾਣਾ। ਇੱਕ ਇੱਕ ਚੀਜ਼ ਹੋਰ ਲਿਆਓ, ਕੋਈ ਨਵਾਂ ਲੈ ਕੇ ਆਓ ਨਾਮ ਜੀ, ਕਿਹੜਾ ਅੱਜ ਕੱਲ ਹੋਰ ਨਵਾਂ, ਜਿਹੜੀ ਚੀਜ਼ ਤੁਹਾਨੂੰ ਉਸ ਟਾਈਮ ਦੀ ਕੋਈ ਯਾਦ ਆਉਂਦੀ ਹੋਵੇ। ਜਸਵੀਰ ਜੀ ਤੁਸੀਂ ਦੇਖੋ, ਰਣਜੀਤ ਕੌਰ ਉਹਨਾਂ ਨੂੰ ਤਾਂ ਬਹੁਤ ਇਦਾਂ ਦੀਆਂ ਗੱਲਾਂ ਦਾ ਪਤਾ ਹੁੰਦਾ। ਰੂਪੀ ਜੀ ਤੁਹਾਨੂੰ ਵੀ ਨਹੀਂ ਪਤਾ ਕੋਈ? ਅੱਜ ਪ੍ਰੀਤੋ ਜੀ ਵੀ ਨਹੀਂ ਆਏ ਜੀ। ਤੜਾਗੀ ਜੀ ਤੜਾਗੀ। ਇਹ ਤਾਂ ਜੀ ਬਹੁਤ ਔਖਾ ਸਵਾਲ ਹੈ ਜੀ। ਤੜਾਗੀ ਤਾਂ ਮੈਨੂੰ ਲੱਗਦਾ ਨਹੀਂ ਕਿਸੇ ਨੂੰ ਪਤਾ ਹੋਵੇ। ਤੜਾਗੀ ਇਹ ਵੀ, ਇਹ ਵੀ ਸਾਡੇ ਜੀ ਇੱਕ ਕਲਚਰ ਦਾ ਹਿੱਸਾ,
ਜੇ ਕਹੀਏ ਵੀ ਇਹ ਨਹੀਂ ਤੇ ਇਹ ਵੀ ਬਹੁਤ ਇੱਕ ਸਾਡੇ ਕਲਚਰ ਦਾ ਹਿੱਸਾ ਰਿਹਾ ਜੀ ਤੜਾਗੀ। ਔਰ ਅੱਜ ਵੀ ਹੈਗੀ ਆ ਜੀ, ਬਹੁਤ ਲੋਕ ਇਸ ਚੀਜ਼ ਦਾ ਇੱਜ਼ਤ ਮਾਣ ਨਾਲ ਸਤਿਕਾਰ ਨਾਲ ਇਹਨੂੰ ਵੈਲਕਮ ਕਰਦੇ ਆ। ਤੇ ਇਸ ਤੜਾਗੀ ਦੇ ਵੀ ਕਈ ਪੰਗੇ ਪਾਏ ਵਾ ਜੀ। ਹਾਂਜੀ ਬਿਲਕੁਲ ਸਹੀ ਗੱਲ ਹੈ ਜੀ ਮੰਜੂ ਭੱਟੀ ਜੀ। ਹਾਂਜੀ ਬਿਲਕੁਲ ਬਿਲਕੁਲ ਬਿਲਕੁਲ, ਛੋਟੇ ਬੱਚਿਆਂ ਦੇ ਰਵੀ ਜੀ ਬਿਲਕੁਲ ਤੁਹਾਡੀ ਵੀ ਗੱਲ ਸਹੀ ਆ। ਜਸਵੀਰ ਜੀ ਲਿਖ ਰਹੇ ਆ, ਇਹ ਸਾਰਿਆਂ ਨੂੰ ਪਤਾ ਮੇਰੇ ਖਿਆਲ ਜੀ ਤੜਾਗੀ ਦਾ। ਤੇ ਇਹ ਤੜਾਗੀ ਵੀ ਜੀ ਬਹੁਤ ਮੁਸ਼ਕਲ ਕਈ ਘਰਾਂ 'ਚ ਆਉਂਦੀ ਆ। ਤੇ ਪਰਮਾਤਮਾ ਕਰੇ ਜੀ ਸਭ ਘਰ ਦੇ ਵਿੱਚ ਆਵੇ, ਪਰਮਾਤਮਾ ਸਭ ਨੂੰ ਇਹ ਤੜਾਗੀ ਵਾਲੇ ਦੇਵੇ। ਤੇ ਇਹ ਤੋਂ ਬਗੈਰ ਵੀ ਚੰਗਾ ਨਹੀਂ ਲੱਗਦਾ ਜਹਾਨ ਜੀ। ਰੁੱਕਾ ਕੀ ਹੁੰਦਾ ਜੀ? ਰੁੱਕਾ, ਰੁੱਕਾ ਕੀ ਹੁੰਦਾ ਜੀ? ਰੁੱਕਾ, ਰੁੱਕਾ ਜੀ ਰੁੱਕਾ, ਰੁੱਕੇ ਦੇ ਤਾਂ ਜੀ ਕਵਿਤਾਵਾਂ ਬਹੁਤ ਲਿਖੀਆਂ ਗਈਆਂ। ਤੇ ਰੁੱਕੇ ਦੇ ਉੱਤੇ ਮੇਰਾ ਖਿਆਲ ਸ਼ਾਇਰੋ ਸ਼ਾਇਰੀ ਵੀ ਬਹੁਤ ਹੋਈ ਆ। ਤੇ ਰੁੱਕਾ ਜੀ ਸਕੂਲਾਂ ਵਿੱਚ ਵੀ ਕੰਮ ਆਉਂਦਾ ਸੀ। ਇਹ ਜਸਵੀਰ ਜੀ ਨਵਾਂ ਨਾਮ ਆ, ਪਹਿਲਾ ਜਿਹੜਾ ਨਾਮ ਆ ਉਹ ਰੁੱਕਾ ਹੀ ਸੀਗਾ, ਜਿਹੜਾ ਤੁਸੀਂ ਲਿਖ ਰਹੇ ਆ ਨਵਾਂ ਨਾਮ ਆ। ਨਹੀਂ ਇਦਾਂ ਨਹੀਂ ਹੈਗਾ ਜੀ, ਪਰ ਮੁੰਡਿਆਂ ਦੇ ਥੋੜ੍ਹਾ ਜਿਹਾ ਇੱਕ ਕਲਚਰ ਸੀ ਇੰਡੀਆ ਦੇ ਵਿੱਚ ਰਵੀ ਜੀ, ਉਸ ਵੇਲੇ ਲੜਕੀਆਂ ਦੇ ਪਾਇਆ ਜਾਂਦਾ ਸੀ। ਮੰਜੂ ਭੱਟੀ ਜੀ ਲਿਖਦੇ ਆ ਚਿੱਠੀ, ਬਿਲਕੁਲ ਇੰਗਲਿਸ਼ ਦਾ ਲਵ ਲੈਟਰ। ਮੈਂ ਤਾਂ ਉਹ ਭੈਣ ਜੀ ਪਹਿਲਾਂ ਕਹਿ ਦਿੱਤਾ ਵੀ ਸਕੂਲਾਂ 'ਚ ਬਹੁਤ ਵਰਤਿਆ ਜਾਣ ਵਾਲਾ ਜਿਹੜਾ ਇਹ ਸ਼ਬਦ ਆ ਰੁੱਕਾ। ਤੇ ਫਿਰ ਇਹ ਬਸ 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 ਪੇਪਰ ਨੋਟ, ਸਹੀ ਗੱਲ ਆ ਜੀ, ਸਾਰਾ ਕੁਝ ਜੋ ਤੁਸੀਂ ਲਿਖ ਰਹੇ ਆ ਬਿਲਕੁਲ ਸਹੀ ਆ। ਤੇ ਇਹਨੂੰ ਰੁੱਕਾ ਹੀ ਉਸ ਵੇਲੇ ਕਿਹਾ ਜਾਂਦਾ ਸੀ ਜੀ। ਤੇ ਕਈ ਵਾਰੀ ਇਹਦੇ ਉੱਤੇ ਕਵਿਤਾਵਾਂ ਲਿਖੀਆਂ ਜਾਂਦੀਆਂ ਸੀਗੀਆਂ। ਕਈ ਵਾਰੀ ਇਹ ਹਰ ਥਾਂ ਵਰਤਿਆ ਜਾਣ ਵਾਲਾ ਜੀ ਇਹ ਹੈਗਾ। ਹਿੰਦੀ ਵਾਲੀ ਮਾਸਟਰੀ ਨੂੰ ਪੰਜਾਬੀ ਵਾਲੇ ਮਾਸਟਰ ਜੀ ਵੀ ਦਿੰਦੇ ਹੁੰਦੇ ਸੀ ਰੁੱਕਾ। ਤੇ ਬਾਜੀ ਇਹਦੀਆਂ ਕਹਾਣੀਆਂ ਬਹੁਤ ਲੰਬੀਆਂ ਚੌੜੀਆਂ ਜੀ। ਇਹਦੀ ਡੰਗਾਈ 'ਚ ਜੇ ਆਪਾਂ ਚਲੇ ਗਏ ਤਾਂ ਫਿਰ ਬਹੁਤ ਕੁਝ ਨਿਕਲ ਆਉਣਾ ਜੀ। ਇਹ ਰੁੱਕਾ ਜਿਹੜਾ ਨਾ ਇਦਾਂ ਦੀ ਚੀਜ਼ ਆ। ਦੇਖ ਲਓ ਜੀ ਮੰਜੂ ਭੱਟੀ ਜੀ, ਦੇਖ ਲਓ ਇਹਨੇ ਰਣਜੀਤ ਕੌਰ ਹੁਣ ਕੀ ਕਹਿ ਰਿਹਾ ਆ। ਤੇ ਕਈਆਂ ਦੇ ਕੁੱਟ ਪਈ ਹੋਣੀ ਹੈ ਇਹਦੇ ਚੱਕਰ ਦੇ ਵਿੱਚ। ਤੇ ਅੱਗੇ ਮੈਡਮਾਂ ਜਿਹੜੀਆਂ ਹੁੰਦੀਆਂ ਸੀ ਜੀ ਉਹ ਰੁੱਕਾ ਦੇ ਕੇ ਭੇਜਦੇ ਹੁੰਦੀਆਂ ਸੀ। ਨਾਲ ਦੇ ਸਕੂਲ ਦੇ ਵਿੱਚ ਕੋਈ ਸੁਨੇਹਾ ਦੇਣਾ ਹੁੰਦਾ ਸੀ ਤਾਂ ਵੀ ਰੁੱਕਾ ਵਰਤਿਆ ਜਾਂਦਾ ਸੀਗਾ। ਉਹਨਾਂ ਨੇ ਚਿੱਠੀ ਲਿਖ ਦੇਣੀ ਵੀ ਅੱਜ BO ਸਾਹਿਬ ਜਾਂ DO ਸਾਹਿਬ ਆ ਰਿਹਾ, ਤੁਸੀਂ ਹੁਸ਼ਿਆਰ ਹੋ ਜਾਓ। ਤੇ 2 ਨਿਆਣਿਆਂ ਨੇ ਉਹ ਜਾ ਕੇ ਨਾਲ ਦੇ ਪਿੰਡ 'ਚ ਦੇ ਕੇ ਆਉਣਾ ਸਕੂਲ ਦੇ ਵਿੱਚ। ਤੇ ਕਿਉਂਕਿ ਉਸ ਵੇਲੇ ਫੋਨ ਨਹੀਂ ਸੀ ਹੁੰਦੇ, ਮੋਬਾਈਲ ਨਹੀਂ ਸੀ ਹੁੰਦੇ, ਤੇ ਉਸ ਵੇਲੇ ਰੁੱਕੇ ਦਾ ਇਸਤੇਮਾਲ ਕੀਤਾ ਜਾਂਦਾ ਸੀ। ਤੇ ਕਈ ਵਾਰੀ ਇਹ ਰਾਹ ਦੇ ਵਿੱਚ ਪਿਆ ਵੀ ਲੱਭ ਪੈਂਦਾ ਹੁੰਦਾ ਸੀ। ਤੇ ਕਈ ਵਾਰੀ ਇਹਦੇ ਨਾਲ ਕੁੱਟ ਵੀ ਪੈ ਜਾਂਦੀ ਸੀ। ਤੇ ਬਹੁਤ ਕੁਝ ਹੁੰਦਾ ਸੀ ਜੀ। ਇਹ ਬਹੁਤ ਇੱਕ ਭਿਆਨਕ ਚੀਜ਼ ਆ। ਹਾਂਜੀ 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 ਬਿਲਕੁਲ, ਇਹ ਵੀ ਮੰਜੂ ਜੀ ਇਹ ਵੀ ਗੱਲ ਸਹੀ ਆ। ਇਹ ਵੀ ਗੱਲ ਸਹੀ ਹੈ ਜੀ। ਪਰ ਚਲੋ ਕੋਈ ਚੀਜ਼ਾਂ ਇਦਾਂ ਦੀਆਂ ਹੈਗੀਆਂ ਜੀ ਜਿਨ੍ਹਾਂ ਦੇ ਨਾਲ ਬਹੁਤ ਵੱਡਾ ਸਾਡਾ ਸੰਬੰਧ ਆ, ਬਹੁਤ ਕੁਝ ਜੁੜਿਆ ਹੈ ਉਹਨਾਂ ਦੇ ਨਾਲ। ਤੇ ਹੁਣ ਜਦੋਂ ਕਾਂ ਦੀ ਗੱਲ ਕਰਦੇ ਜੀ, ਕਬੂਤਰ ਦੀ ਗੱਲ ਕਰਦੇ ਆ, ਸੁਨੇਹਾ ਲੈ ਕੇ ਜਾਂਦਾ, ਕਾਂ ਆਉਂਦਾ, ਕੋਠੇ ਤੇ ਬੋਲਦਾ, ਪ੍ਰਾਹੁਣੇ ਆਉਣੇ ਆ। ਤੇ ਇੱਕ ਪਾਸੇ ਅਸੀਂ ਕਾਂ ਨੂੰ ਬਹੁਤ ਅੜਾ ਦਿੰਦੇ ਆ, ਝੜ ਦੇਣੀ ਪਏ, ਬੜਾ ਰੌਲਾ ਪਾਉਂਦਾ, ਚੀਕਾਂ ਮਾਰਦਾ, ਬੜਾ ਕੁਝ ਤੰਗ ਕਰਦਾ, ਪਰੇਸ਼ਾਨ ਕਰਦਾ। ਤੇ ਦੂਜੇ ਪਾਸੇ ਉਹਦੇ ਬੋਲਣ ਦੇ ਨਾਲ ਅਸੀਂ ਇਹ ਵੀ ਕਹਿੰਦੇ ਆ ਵੀ ਪ੍ਰਾਹੁਣੇ ਆਉਣਗੇ। ਇੱਦਾਂ ਕਬੂਤਰ ਚਿੱਠੀ ਲਿਜਾਣ ਲਈ ਮਸ਼ਹੂਰ ਆ, ਚਾਹੇ ਉਹ ਲਿਜਾਂਦਾ ਚਾਹੇ ਨਹੀਂ। ਪਰ ਮੈਂ ਰਾਜਸਥਾਨ 'ਚ ਦੇਖਿਆ ਜੀ, ਜੈਪੁਰ ਦੇ ਵਿੱਚ ਇੱਕ ਮਹਿਲ ਆ, ਉਹਦੇ ਵਿੱਚ ਨਹੀਂ ਨਹੀਂ ਜੈਪੁਰ ਨਹੀਂ ਜੀ, ਉਹ ਹੈਗਾ ਉਦੈਪੁਰ। ਉਦੈਪੁਰ ਦਾ ਬਹੁਤ ਸੋਹਣਾ ਸ਼ਹਿਰ ਹੈ ਇੰਡੀਆ ਦਾ, ਰਾਜਸਥਾਨ 'ਚ ਆ। ਤੇ ਉੱਥੇ ਉਹ ਰਾਜੇ ਨੇ ਕਬੂਤਰਾਂ ਵਾਸਤੇ, ਮਹਾਰਾਜਾ ਉਦੈ ਸਿੰਘ ਨੇ ਰੱਖਿਆ ਸੀ ਉਹ ਕਬੂਤਰ। ਉਹ ਚਿੱਠੀਆਂ ਦੇਣ ਜਾਂਦੇ ਸੀ ਜੀ, ਕਬੂਤਰ ਇੰਨੇ ਟ੍ਰੇਨਡ ਸੀ ਤੇ ਉਹ ਚਿੱਠੀ ਦੇ ਕੇ ਆਉਂਦੇ ਹੁੰਦੇ ਸੀ। ਤੇ ਹਰ ਚੀਜ਼ ਦਾ ਕੋਈ ਨਾ ਕੋਈ ਜੀ ਦੇਖੋ ਆਪਣੇ ਨਾਲ ਸੰਬੰਧ ਤਾਂ ਹੈਗਾ ਹੀ ਆ। ਹਰ ਇਹ ਚਾਹੇ ਕਲਚਰ ਸਮਝ ਲਓ ਚਾਹੇ ਕਿਸ ਤਰ੍ਹਾਂ, ਉਸ ਵੇਲੇ ਚਿੱਠੀਆਂ ਕਬੂਤਰਾਂ ਰਾਹੀਂ, ਜਾਨਵਰਾਂ ਰਾਹੀਂ ਦਿੱਤੇ ਰੁਕੇ ਜਾਂਦੇ ਸੀਗੇ। ਤੇ ਬਹੁਤ ਕੁਛ ਹੈਗਾ ਜੀ।
हाँ जी कबूतर जा जा बिल्कुल। हाँ जी। ਤੇ ਚਲੋ ਠੀਕ ਹੈ ਜੀ, ਅਗਲੀ ਐਤਵਾਰ ਆਪਾਂ ਫਿਰ ਮਿਲਦੇ ਹਾਂ ਜੀ। ਕੋਸ਼ਿਸ਼ ਕਰਿਆ ਕਰੋ ਆਪਾਂ 5 ਵਜੇ ਸਟਾਰਟ ਕਰ ਲਈ ਜੀ, ਫਿਰ ਗੱਲਾਂ ਬਾਤਾਂ ਵਿੱਚ ਰਹਿ ਜਾਂਦੀਆਂ ਕਈ ਵਾਰੀ, ਜਿੱਦਾਂ ਹੁਣ ਅੱਜ ਟੌਪਿਕ ਚੱਲ ਪਿਆ ਇੱਕ ਵਧੀਆ। ਤੇ ਹੁਣ ਮੈਂ ਪਰੇਸ਼ਾਨ ਨਹੀਂ ਕਰਨਾ ਚਾਹੁੰਦਾ ਤੁਹਾਨੂੰ ਸਾਰਿਆਂ ਨੂੰ, ਮੈਂ ਚਾਹੁੰਦਾ ਟਾਈਮ ਨਾਲ ਆਪਾਂ ਕਰ ਲਈਏ, ਤੇ ਕਿਉਂਕਿ ਸਾਰਿਆਂ ਨੇ ਤੁਸੀਂ ਕੰਮ ਤੇ ਜਾਣਾ। ਅੱਛਾ ਉਹ ਗਾਨੇ ਦੇ ਵਿੱਚ ਮੇਰੇ ਖਿਆਲ ਜੀ ਉਹ ਹੁੰਦੀਆਂ ਸੀਗੀਆਂ, ਕੀ ਉਹਨੂੰ ਕਹਿੰਦੇ ਆਪਾਂ, ਉਹ ਚਿੱਟੇ ਰੰਗ ਦੀਆਂ ਕੀ ਹੁੰਦੀਆਂ ਜੀ, ਕੌਡੀਆਂ ਕੌਡੀਆਂ ਜੀ, ਤੇ ਇੱਕ ਮਣਕਾ ਹੋਣਾ, ਤੇ ਕਈ ਵਾਰੀ ਉਹਦੇ ਵਿੱਚ ਇੱਕ ਲਾਲ ਕੱਪੜੇ ਜਾਂ ਕਾਲੇ ਕੱਪੜੇ 'ਚ ਕਣਕ ਭੇਂ ਕੇ ਬੰਨੀ ਹੋਣੀ, ਤੇ ਕਈ ਵਾਰੀ ਇਕੱਲੇ ਕਣਕ ਦਾ ਵੀ ਬਣਾ ਕੇ ਪਾਉਂਦੇ ਹੁੰਦੇ ਸੀ ਜੀ। ਉਹ ਮੇਰਾ ਖਿਆਲ ਤੁਹਾਡਾ ਉਹ ਕਹਿਣਾ ਮਤਲਬ ਹੈ ਜੀ। ਹਾਂਜੀ ਹਾਂਜੀ ਘੁੰਗਰੂ ਵੀ ਹੁੰਦਾ, ਹਾਂ ਬਿਲਕੁਲ ਬਿਲਕੁਲ ਮੰਜੂ ਜੀ, ਇੱਕ ਘੁੰਗਰੂ ਵੀ ਹੁੰਦਾ ਜੀ। ਹਾਂਜੀ ਤੇ ਠੀਕ ਆ ਜੀ, ਆਪਾਂ ਫਿਰ ਅਗਲੇ ਸੰਡੇ ਫਿਰ ਦੁਬਾਰਾ ਮਿਲਦੇ ਹਾਂ ਜੀ ਇਸੇ ਟਾਈਮ 5 ਵਜੇ। ਤੇ ਜੇ ਮੈਂ ਮੈਸੇਜ ਨਹੀਂ ਵੀ ਕਰਦਾ ਤਾਂ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਨਹੀਂ ਮਿਲਣਾ, ਤੇ ਸਾਰੇ ਜਣੇ ਕੋਸ਼ਿਸ਼ ਕਰਿਓ। ਤੇ ਜੇ ਹੋ ਸਕਦਾ ਤੁਹਾਡੇ ਕੋਲ ਜ਼ੂਮ ਹੈ ਤੇ ਆਪਾਂ ਇੱਕ ਵਾਰੀ ਟਰਾਈ ਕਰਕੇ ਦੇਖਾਂਗੇ ਜੀ, ਜ਼ਿਆਦਾ ਨਹੀਂ, ਇੱਕ ਵਾਰੀ ਆਪਾਂ ਟਰਾਈ ਕਰਕੇ ਦੇਖਾਂਗੇ ਉਹ ਲੜਕੀਆਂ ਦੇ ਸੰਬੰਧ ਦੇ ਵਿੱਚ। ਤੇ ਜੇ ਹੋ ਸਕਿਆ ਤਾਂ ਆਪਾਂ ਕੋਈ ਕੁਛ ਕਰ ਸਕਦੇ ਹੋ ਤਾਂ ਜ਼ਰੂਰ ਕਰਾਂਗੇ। ਤੇ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਭਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਅਗਰ ਕੋਈ ਗੱਲਬਾਤ ਕਰਦਿਆਂ ਮੇਰੇ ਕੋਲੋਂ ਕੋਈ ਗਲਤ ਸ਼ਬਦ ਨਿਕਲ ਗਿਆ ਹੋਵੇ ਤੇ ਮੈਂ ਮਾਫੀ ਮੰਗਣ ਦੇ ਵਿੱਚ ਕੋਈ ਗੁਰੇਜ਼ ਨਹੀਂ ਕਰਦਾ ਜੀ, ਕਿਉਂਕਿ ਜਦੋਂ ਅਸੀਂ ਪਰਿਵਾਰ ਦੇ ਵਿੱਚ ਬੈਠੇ, ਸਾਡੇ ਆਪਾਂ ਜਿੰਨੇ ਵੀ ਅੱਜ ਜੁੜੇ ਹੋ ਆ ਫੇਸਬੁੱਕ ਤੇ, ਅਸੀਂ ਇੱਕ ਪਰਿਵਾਰ ਆ। ਤੇ ਪਰਿਵਾਰ ਦੇ ਵਿੱਚ ਜੇ ਕਿਸੇ ਤੋਂ ਮਾਫੀ ਮੰਗ ਲੈਣ ਨਾਲ ਕੋਈ ਫਰਕ ਨਹੀਂ ਪੈਂਦਾ, ਉਹਦੇ ਨਾਲ ਇਹ ਆ ਵੀ ਸਾਡੀ ਆਪਸੀ ਜਿਹੜੀ ਇੱਜ਼ਤ ਮਾਣ ਹੈ ਉਹ ਵੱਧਦਾ ਜੀ। ਤੇ ਇਸ ਕਰਕੇ ਮੇਰਾ ਸਾਰਿਆਂ ਨੂੰ ਮੇਰੀ ਬੇਨਤੀ ਹੈ, ਜੇ ਮੇਰੇ ਕੋਲੋਂ ਕੋਈ ਕਿਸੇ ਕਿਸਮ ਦੀ ਗਲਤੀ ਜਾਂ ਕੋਈ ਸ਼ਬਦ ਗਲਤ ਬੋਲ ਹੋ ਜਾਂਦਾ ਤੇ ਮੈਨੂੰ ਮਾਫੀ ਦੇ ਦਿਆ ਕਰੋ। ਤੇ ਆਪਾਂ ਕੋਸ਼ਿਸ਼ ਕਰੀਏ ਹਮੇਸ਼ਾ ਕੋਈ ਨਾ ਕੋਈ ਮਸਲੇ ਨੂੰ ਲੈ ਕੇ ਉਹਦੇ ਤੇ ਗੱਲਬਾਤ ਕਰੀਏ। ਤੇ ਕਿਉਂਕਿ ਜੇ ਅਸੀਂ ਸਾਰੇ ਜਣੇ ਰਲ ਮਿਲ ਕੇ ਚੱਲਾਂਗੇ ਤਾਂ ਮੇਰਾ ਖਿਆਲ ਹੈ ਵੀ ਬਹੁਤ ਜਿਹੜੀਆਂ ਚੀਜ਼ਾਂ ਆ, ਹਾਂ ਹਾਂਜੀ ਬਿਲਕੁਲ ਮੰਜੂ ਜੀ ਬਿਲਕੁਲ। ਤੇ ਕਈ ਗੱਲਾਂ ਜਿਹੜੀਆਂ ਆਪਾਂ ਬੈਠ ਕੇ ਜੇ ਰਲ ਮਿਲ ਕੇ ਕਰ ਲੈਂਦੇ ਆ ਤਾਂ ਕਈ ਵਾਰੀ ਉਹ ਮਸਲੇ ਬਹੁਤ ਹੱਲ ਹੋ ਜਾਂਦੇ ਆ ਜੀ। ਇਸ ਲਈ ਕੋਸ਼ਿਸ਼ ਕਰੀਏ ਆਪਾਂ ਇਸ ਜਿਹੜੇ ਜਿੰਨੇ ਵੀ ਆਪਣੇ ਭਾਈਚਾਰਾ ਇੱਥੇ ਬੈਲਜੀਅਮ ਦੇ ਵਿੱਚ ਆ, ਸਾਰੇ ਇੱਕ ਪਰਿਵਾਰ ਦੇ ਨਾਲ ਤਰੀਕੇ ਨਾਲ ਰਹੀਏ। ਤੇ ਹੌਲੀ ਹੌਲੀ ਜਿਹੜੇ ਇਹ ਮਸਲੇ ਆ ਇਹਨਾਂ ਵੱਲ ਧਿਆਨ ਦਿਆਂਗੇ ਜੀ ਅਸੀਂ, ਤੇ ਬਹੁਤ ਜਲਦੀ ਆਸਾਨੀ ਨਾਲ ਹੱਲ ਹੋ ਜਾਣਗੇ ਜੀ। ਤੇ ਚਲੋ ਜੀ, ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸੁੱਖ ਰੱਖੇ ਪਰਮਾਤਮਾ, ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਜੀ।